ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਮੁਖ ਮਾਇਆ ਮੋਹ ਹੈ, ਨਾਮ ਨ ਲੱਗੈ ਪਿਆਰ। ਸਤਿਗੁਰੂ ਕਹਿੰਦੇ ਮਨਮੁਖ ਦੇ ਅੰਦਰ ਨਾ ਮਾਇਆ ਦਾ ਮੋਹ ਹੀ ਸਦਾ ਰਹਿੰਦਾ, ਨਾਮ ਨਾਲ ਉਹਦਾ ਕਦੇ ਪਿਆਰ ਲੱਗਦਾ ਹੀ ਨਹੀਂ ਹੈ, ਉਹ ਨਾਮ ਨਾਲ ਕਦੇ ਜੁੜਦਾ ਹੀ ਨਹੀਂ ਹੈ। ਤੁਹਾਨੂੰ ਇਹੋ ਜਿਹੇ ਸਰੀਰ ਬਹੁਤ ਨਜ਼ਰ ਆਉਣਗੇ, ਸਾਰੀ ਜ਼ਿੰਦਗੀ ਉਹ ਗੁਰਦੁਆਰੇ ਵੀ ਆਉਂਦੇ ਆ, ਉਹਨਾਂ ਦਾ ਆਉਣਾ ਇਹ ਨਹੀਂ ਹੈ ਵੀ ਉਹਨਾਂ ਨੇ ਰੱਬ ਨੂੰ ਮਿਲਣ ਦੀ ਇੱਛਾ ਅੰਦਰ ਜਾਂ ਪੈਦਾ ਕੀਤੀ, ਜਾਂ ਰੱਬ ਨੂੰ ਮਿਲਣ ਦੇ ਚਾਹਵਾਨ ਨੇ, ਜਾਂ ਉਹ ਗੁਰੂ ਸਾਹਿਬ ਜੀ ਦੀ ਸਿੱਖਿਆ ਤੇ ਚੱਲਣਾ ਚਾਹੁੰਦੇ ਆ, ਜਾਂ ਉਹ ਸੰਸਾਰ 'ਚ ਰਹਿੰਦੇ ਆ, ਜੀਵਨ ਸਫਲ ਕਰਨ ਵਾਸਤੇ ਉਹ ਕੋਈ ਉਦਮ ਕਰਦੇ ਹੋਣ, ਬਹੁਤੇ ਮਾਇਆ ਮੰਗਣ ਵਾਸਤੇ ਆਉਂਦੇ ਆ। ਜਿਹੜਾ ਮਨ ਮੁਖ ਮਨ ਪਿੱਛੇ ਚੱਲਣ ਵਾਲਾ, ਉਹਦੇ ਅੰਦਰ ਤੇ ਮਾਇਆ ਦੀ ਦੌੜ ਹੈ। ਮਹਾਰਾਜ ਕਹਿੰਦੇ ਨਾ, ਮਾਇਆ ਕਾਰਨ ਧਾਵ ਹੀ ਮੂਰਖ ਲੋਕ ਅਜਾਨ। ਮਾਇਆ ਕਰਕੇ ਉਹ ਭੱਜਦੇ ਦੌੜਦੇ ਆ, ਤੇ ਮਾਇਆ ਦਾ ਵੇੜਿਆ ਬੰਦਾ ਇੱਕ ਤੇ ਵਿਸ਼ਵਾਸ ਨਹੀਂ ਕਰੇਗਾ। ਉਹਨੂੰ ਜੇ ਇੱਥੋਂ ਮਿਲ ਗਿਆ, ਉਹ ਦੂਸਰੀ ਦਾਤ ਵਾਸਤੇ ਜੇ ਨਹੀਂ ਹਜੇ ਮਿਲੀ ਤੇ ਉਹ ਇਸ ਦਰ ਨੂੰ ਛੱਡੇਗਾ। ਉਸ ਦਰ ਤੇ ਗਿਆ, ਉਸ ਦਰ ਤੋਂ ਜੇ ਕੁਝ ਮਿਲ ਗਿਆ, ਅਗਲੀ ਨਹੀਂ ਉਸ ਨੂੰ ਵੀ ਛੱਡੇਗਾ। ਤੀਸਰੇ ਉਹ ਭਟਕਦਾ ਹੈ, ਉਹਦੇ ਅੰਦਰ ਨੂੰ ਸ਼ਾਂਤੀ ਨਹੀਂ ਹੈ, ਉਹ ਮਾਇਆ ਕਾਰਨ ਜੁੜਿਆ, ਤੇ ਮਾਇਆ ਵਾਸਤੇ ਫਿਰ ਉਹ ਹਰੇਕ ਦੀ ਪੂਜਾ ਵੀ ਕਰੇਗਾ, ਕਿਉਂਕਿ ਅੰਦਰ ਲਾਲਚ ਹੈ। ਉਹ ਕਹਿੰਦੇ ਚੀਜ਼ ਚਾਹੀਦੀ ਨਹੀਂ ਮਿਲੀ, ਮੈਂ ਇਹ ਦਰ ਛੱਡ ਕੇ ਹੋਰ ਦਰ ਤੇ ਹੋਰ ਛੱਡ ਕੇ ਉਹ ਤੀਸਰੇ ਦਰ ਤੇ ਜਾਏਗਾ। ਮਹਾਰਾਜ ਕਹਿੰਦੇ ਮਾਇਆ ਵਾਸਤੇ ਉਹ ਦੌੜਦੇ ਧਾਵੇ ਮੂਰਖ ਲੋਕ ਅਜਾਣ। ਬਹੁਤੇ ਸਾਰੀ ਜ਼ਿੰਦਗੀ ਇਸ ਤਰ੍ਹਾਂ ਹੀ ਤੁਰੇ ਆਉਂਦੇ ਆ, ਅੰਦਰ ਲੋਭ ਹੈ, ਲਾਲਚ ਹੈ, ਮਾਇਆ ਪ੍ਰਾਪਤ ਕਰਨ ਦੀ ਇੱਛਾ ਹੈ, ਨਾਮ ਨਾਲ ਕਦੇ ਪਿਆਰ ਪੈਂਦਾ ਹੀ ਨਹੀਂ, ਕਿਉਂਕਿ ਇਸ ਪਾਸੇ ਨੂੰ ਕਦੇ ਅੰਦਰ ਤੁਰਿਆ ਹੀ ਨਹੀਂ ਹੈ, ਜਪਣ ਵਾਲੇ ਪਾਸੇ ਤੇ ਕਦੇ ਆਇਆ ਹੀ ਨਹੀਂ। ਉਹ ਤੇ ਦਾਤਾਂ ਲੈਣ ਆਉਂਦਾ, ਦਾਤ ਮਿਲ ਗਈ ਤੇ ਪਿਆਰ ਹੈ, ਜੇ ਨਹੀਂ ਮਿਲੀ ਤੇ ਮਹਾਰਾਜ ਕਹਿੰਦੇ ਜਿਹਦਾ ਦਾਤ ਕਰਕੇ ਪਿਆਰ, ਉਹ ਪਿਆਰ ਵੀ ਝੂਠਾ ਹੈ। ਜਾਂ ਲੱਭ ਤੇ ਨਹੀਂ ਹੋ ਗਿਆ, ਜੇ ਅੰਦਰ ਲੋਭ ਲੈ ਕੇ ਗੁਰੂ ਸਾਹਿਬ ਕੋਲ ਆਏ, ਫਿਰ ਪਿਆਰ ਨਹੀਂ ਹੈ। ਲੱਭ ਤਾਂ ਕੂੜਾ ਨੇ, ਜੇ ਅੰਦਰ ਲੋਭ ਹੈ ਫਿਰ ਕੂੜਾ ਨੇ ਹੈ, ਫਿਰ ਤੇ ਐਵੇਂ ਉਹ ਕੁਝ ਮੰਗਣ ਹੀ ਆਉਣੇ ਆ, ਵੈਸੇ ਗੁਰੂ ਸਾਹਿਬ ਨਾਲ ਪ੍ਰੇਮ ਨਹੀਂ ਹੈ। ਦੁਨਿਆਵੀ ਤੌਰ ਤੇ ਜੇ ਪੁੱਤਰ ਨੂੰ ਬਾਪ ਤੋਂ ਕੋਈ ਜ਼ਰੂਰਤ ਹੈ ਤੇ ਅੱਜ ਜਾ ਕੇ ਮਿੱਠੀਆਂ ਗੱਲਾਂ ਵੀ ਕਰੇਗਾ, ਮੰਜੇ ਤੇ ਬੈਠੇਗਾ, ਹੋ ਸਕਦਾ ਅੱਜ ਉਹ ਚਰਨ ਵੀ ਘੁੱਟਣ ਲੱਗ ਪਏ, ਪੈਰ ਵੀ ਘੁੱਟੇ, ਉਹ ਸੇਵਾ ਵੀ ਕਰਨ ਲੱਗ ਪਏ। ਬਾਪ ਨੂੰ ਪਤਾ ਹੈ ਇਹ ਸਿਰਫ ਲਾਲਚ ਕਰਕੇ ਕਰ ਰਿਹਾ, ਮੇਰੇ ਨਾਲ ਪ੍ਰੇਮ ਥੋੜ੍ਹੀ ਹੈ। ਫਿਰ ਤੇ ਰੋਜ਼ ਆਉਂਦਾ, ਫਿਰ ਤੇ ਰੋਜ਼ ਮੇਰੀ ਸੇਵਾ 'ਚ ਲੱਗਦਾ, ਅੱਜ ਇਹਨੂੰ ਕੁਝ ਚਾਹੀਦਾ ਤਾਂ ਇਸ ਤਰ੍ਹਾਂ ਕਰ ਰਿਹਾ। ਲੋਭੀ ਬੰਦਾ ਇਸ ਤਰ੍ਹਾਂ ਹੀ ਕਰਦਾ। ਮਹਾਰਾਜ ਕਹਿੰਦੇ ਉਹ ਧਨ ਦੇ ਲਾਲਚ ਵਾਸਤੇ ਨਾ, ਉਹ ਫਿਰ ਬੜੇ ਕਰਮ ਅੱਗੇ ਬਚਨ ਆਉਣੇ ਆ ਵੀ ਉਹ ਕਈ ਕਰਮ ਵੀ ਕਰ ਜਾਂਦਾ। ਮਾਇਆ ਦਾ ਵੇੜਿਆ ਵੀ ਮਾਇਆ ਮਿਲ ਜੇ, ਉਹ ਫਿਰ ਅਨੇਕਾਂ ਤਰ੍ਹਾਂ ਦੇ ਪ੍ਰਪੰਚ ਵੀ ਰਚਦਾ। ਤੇ ਮਹਾਰਾਜ ਕਹਿੰਦੇ ਸਾਰਾ ਦਿਨ ਉਹ ਦੌੜਦਾ ਭੱਜਦਾ, ਸਾਰਾ ਦਿਨ ਲਾਲਚ ਅਟਿਆ, ਮਨਮੁਖ ਹੋ ਜੇ ਗੱਲਾਂ, ਉਹਦੀਆਂ ਗੱਲਾਂ ਵੀ ਹੋ ਰਹੀ ਹੁੰਦੀਆਂ। ਉਹ ਤੇ ਮਨਮੁਖ, ਉਹ ਤੇ ਸਿਰਫ ਗੁਰਦੁਆਰੇ ਆਇਆ ਕੁਝ ਮੰਗਣ ਵਾਸਤੇ, ਬਾਹਰ ਨਿਕਲਿਆ ਦੁਨਿਆਵੀ ਗੱਲਾਂ। ਮਨਮੁਖ ਹੋਰ ਗੱਲਾਂ ਕਰਦਾ, ਮਨਮੁਖ ਕਦੇ ਗੁਰੂ ਦੀ ਗੱਲ ਥੋੜ੍ਹੀ ਕਰੇਗਾ। ਉਹ ਤੇ ਮਨ 'ਚ ਜੋ ਫੁਰਨਾ ਉਹ ਕਰੇਗਾ, ਜਿਹੜਾ ਗੁਰਮੁਖ ਉਹ ਗੁਰੂ ਦੀ ਗੱਲ ਕਰੇਗਾ, ਉਹ ਤੇ ਮਨਮੁਖਾਂ 'ਚ ਬੈਠਾ ਵੀ ਗੁਰੂ ਦੀ ਗੱਲ ਕਰੇਗਾ। ਪਰ ਮਨਮੁਖ ਜਿਹੜਾ ਸਾਰਾ ਦਿਨ ਲਾਲਚ ਅਟਿਆ, ਮਨਮੁਖ ਹੋ ਜਾਏ ਗੱਲਾਂ, ਰਾਤੀ ਊਂਘੇ ਦੱਬਿਆ, ਸਵੇਰੇ ਭੱਜਦਾ ਦੌੜਦਾ, ਰਾਤ ਨੂੰ ਊਂਘਦਾ। ਨਵੇਂ ਸੋਤ ਸਭ ਢਿੱਲਾ, 9 ਇੰਦਰੇ ਜਿਹੜੇ ਨੇ ਉਹ ਫਿਰ ਢਿੱਲੇ, ਭਾਵ ਕਿ ਉਹ ਸਾਰਾ ਦਿਨ ਭੱਜਦਾ ਦੌੜਦਾ, ਫਿਰ ਰਾਤ ਨੂੰ ਸੌ ਜਾਂਦਾ। ਮਨਮੁਖ ਦੇ ਸਿਰ ਜੋਰਾ ਅਮਰ ਹੈ। ਜੋਰਾ ਮਤਲਬ ਘਰ ਵਾਲੀ ਕਹਿੰਦੀ ਹੈ, ਜੋਰ ਇਸਤਰੀ ਨੂੰ ਕਹਿੰਦੇ ਆ। ਕਹਿੰਦੇ ਉਹਨਾਂ ਨੂੰ ਖੁਸ਼ ਕਰਨ ਤੇ ਲੱਗੋ, ਕਹਿੰਦੀ ਆਹ ਕੁਝ ਚਾਹੀਦੀ, ਫਿਰ ਮਨੁੱਖ ਆਣ ਕੇ ਲੁੱਟਦਾ, ਠੱਗਦਾ ਕਿਸੇ ਨਾ ਕਿਸੇ ਨੂੰ। ਘਰ ਵਾਲੀ ਨੇ ਕਿਹਾ ਨਾ ਵੀ ਇਹ ਕੁਝ ਚਾਹੀਦਾ, ਤੇ ਮਿਹਨਤ ਤੇ ਉਹ ਕੋਈ ਕਰਦਾ ਨਹੀਂ ਹੈ,
ਫਿਰ ਉਹ ਠੱਗੇਗਾ ਲੋਕਾਂ ਨੂੰ। ਬਹੁਤ ਵਾਰੀ ਸ਼ਬਦ ਆਪਾਂ ਪੜਿਆ, ਬਹੁ ਪ੍ਰਪੰਚ ਕਰ ਪਰ ਧਨ ਲਿਆ ਮੈਂ। ਫਿਰ ਉਹ ਬਹੁਤ ਪ੍ਰਪੰਚ ਕਰਕੇ ਪਰ ਧਨ ਲਿਆਏਗਾ। ਸੁਤ ਦਾਰਾ ਪਹਿ ਆਨ ਲੁਟਾਵੇਂ, ਕਹਿੰਦੇ ਫਿਰ ਸੁਤ ਦਾਰਾ ਤੇ ਧੀਆ ਪੁੱਤਰਾਂ ਤੇ ਲੁਟਾਵੇਗਾ ਵੀ। ਪਰ ਮਹਾਰਾਜ ਨੇ ਇਸ ਕਰਮ ਤੋਂ ਰੋਕਿਆ। ਮਹਾਰਾਜ ਕਹਿੰਦੇ ਨੇ ਮਨਮੁਖ ਦੇ ਸਿਰ ਜੋਰਾ ਅੰਮ੍ਰਿਤ ਹੈ, ਨਿਤ ਦੇਵੇ ਭੜਾ। ਉਹਨਾਂ ਨੂੰ ਖੁਸ਼ ਕਰਨ ਲਈ ਉਹ ਲੋਕਾਂ ਨਾਲ ਧੋਖਾ ਕਰਦਾ ਹੈ। ਮਨਮੁਖ ਜਿਹੜਾ ਉਹ, ਚਲੋ ਬਹੁਤੇ ਲੋਕ ਤੁਹਾਨੂੰ ਨਾ ਮਿਲ ਜਾਣਗੇ, ਉਹ ਗੁਰੂ ਚਰਨਾਂ 'ਚ ਅਰਦਾਸ ਕਰਦੇ ਨੇ, ਮਾਰਦੇ ਠੱਗੀ, ਫਿਰ ਬੜੇ ਖੁਸ਼ ਹੁੰਦੇ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਹੈ। ਕਈ ਤੁਹਾਨੂੰ ਸੰਸਾਰ 'ਚ ਵਿਚਰਦੇ ਐਸੇ ਵੀ ਨਜ਼ਰ ਆਉਣਗੇ, ਉੱਥੇ ਗੁਰੂ ਦੀ ਕਿਰਪਾ ਨਹੀਂ ਹੈ। ਉਹ ਸਿਰਫ ਤੇਰੀ ਇੱਕ ਬਿਰਤੀ ਹੈ, ਖੋਹ ਕੇ ਖਾਣ ਵਾਲੀ, ਲੁੱਟ ਕੇ ਖਾਣ ਵਾਲੀ। ਮਹਾਰਾਜ ਨੇ ਅਗਲੀ ਪੰਕਤੀ 'ਚ ਇਹੀ ਬਚਨ ਕਹੇ ਨੇ ਵੀ ਮਾਇਆ ਦਾ ਮੋਹ ਹੈ, ਨਾਮ ਨਾਲ ਇਹ ਜੁੜਦਾ ਨਹੀਂ। ਫਿਰ ਮਹਾਰਾਜ ਕਹਿੰਦੇ ਕੂੜ ਕਮਾਵੇ, ਫਿਰ ਉਹ ਕੂੜ ਕਮਾਉਂਦਾ, ਭਾਵ ਕਿ ਉਹ ਠੱਗ ਕੇ ਲਿਆਉਂਦਾ ਹੈ। ਇਹਨੂੰ ਕੂੜ ਕਮਾਉਣਾ ਹੀ ਕਿਹਾ, ਜਿਹੜਾ ਬੇਈਮਾਨੀ ਦਾ ਪੈਸਾ ਲਿਆਉਂਦਾ ਹੈ। ਕੂੜ ਸੰਗ੍ਰਹਿ, ਫਿਰ ਉਹ ਇਕੱਠਾ ਕਰਨ ਦਾ ਵੀ ਯਤਨ ਕਰਦਾ, ਠੱਗੀ ਮਾਰ ਕੇ ਵੀ 4 ਰੁਪਈਏ ਮੈਂ ਇਕੱਠੇ ਕਰਦਾ ਧੀਆਂ ਪੁੱਤਰਾਂ ਵਾਸਤੇ। ਨਾਮ ਨਾਲ ਪਿਆਰ ਨਹੀਂ ਹੈ, ਸਾਰੇ ਦਰਾਂ ਤੇ ਵੀ ਭਟਕਦਾ ਫਿਰਦਾ ਹੈ ਤੇ ਕੂੜ ਕਮਾਉਂਦਾ, ਫਿਰ ਪ੍ਰਪੰਚ ਰਚਦਾ ਹੈ। ਕਿਸੇ ਨਾਲ ਧੋਖਾ ਕਰਕੇ ਉਹ ਫਿਰ ਮਾਇਆ ਇਕੱਤਰ ਕਰਨ ਦੀ ਗੱਲ ਕਰਦਾ ਹੈ। ਮਹਾਰਾਜ ਕਹਿੰਦੇ ਮਨਮੁਖ ਮੂਲ ਨਾਲੋਂ ਤੇ ਟੁੱਟਿਆ, ਨਾਮ ਨਾਲ ਤੇ ਪਿਆਰ ਨਹੀਂ। ਮਨਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ, ਝਗੜਾ ਕਰਦਿਆਂ ਅਣਦੇ ਨੂੰ ਗੁਜ਼ਰੈ। ਉਹ ਜਿਹੜੀ ਕੂੜ ਦੀ ਮਾਇਆ ਆਉਂਦੀ ਨਾ, ਫਿਰ ਝਗੜਾ ਕਰਦਿਆਂ ਅਣਦੇ ਨੂੰ ਗੁਜ਼ਰੈ। ਜਿਹੜੀ ਬਹੁ ਪ੍ਰਪੰਚ ਕਰ ਪਰ ਧਨ ਲਿਆਵੇਂ, ਉਹ ਮਾਇਆ ਦੇ ਵਿੱਚੋਂ ਫਿਰ ਆਨੰਦ ਥੋੜ੍ਹੀ ਮਿਲਣਾ, ਉਹ ਤੇ ਫਿਰ ਝਗੜੇ ਖੜੇ ਕਰੇਗੀ ਨਾ। ਲੁੱਟ ਕੇ ਲਿਆਂਦਾ ਪੈਸਾ ਉਹ ਸਾਨੂੰ ਸੁੱਖ ਨਹੀਂ ਦੇਗਾ। ਕੂੜ ਕਮਾਵੇ ਕੂੜ ਸੰਗ੍ਰਹਿ, ਕੂੜ ਹੀ ਕਮਾਇਆ, ਕੂੜ ਹੀ ਇਕੱਠਾ ਕੀਤਾ। ਤੇ ਮਹਾਰਾਜ ਕਹਿੰਦੇ ਮਨਮੁਖ ਮੂਲੋਂ ਭੁੱਲਿਆ ਵਿੱਚ, ਉਹ ਧਨ ਕਰਕੇ ਫਿਰ ਲੱਭ ਤੇ ਹੈ ਹੀ ਹੈ, ਫਿਰ ਲੋਭ ਹੰਕਾਰ ਵੀ ਨਾਲ ਦੀ ਨਾਲ ਆ ਜਾਂਦਾ ਹੈ। ਝਗੜਾ ਕਰਦਿਆਂ ਅਣਦਿਨ ਗੁਜ਼ਰੇ, ਸ਼ਬਦ ਨਾ ਕਰੇ ਵਿਚਾਰੂ, ਸ਼ਬਦ ਦੀ ਵਿਚਾਰ ਨਹੀਂ ਕਰਦਾ, ਫਿਰ ਦਿਨ ਰਾਤ ਝਗੜੇ ਕਰਦਿਆਂ ਬਤੀਤ ਹੁੰਦੇ। ਮਨਮੁਖ ਧਨ ਵਾਸਤੇ ਲੜਦਾ ਹੈ। ਸੁਧ ਮਤ ਕਰਤੇ ਸਭ ਹਿਰ ਲਈ, ਬੋਲਣ ਸਭ ਵਿਕਾਰੂ, ਫਿਰ ਚੰਗਾ ਬੋਲਦਾ ਵੀ ਨਹੀਂ ਹੈ। ਧਨ ਆ ਜਾਂਦੇ ਉਹਦੇ ਕੋਲ। ਮਿਹਨਤ ਦੀ ਕਮਾਈ ਨਾਲ ਤੇ ਸਾਰੀ ਜ਼ਿੰਦਗੀ ਮਕਾਨ ਵੀ ਨਹੀਂ ਬਣਦਾ ਹੈ, ਉਹ ਵੀ ਅਧੂਰਾ, ਕਈਆਂ ਨੂੰ ਅਧੂਰਾ ਹੀ ਪਿਆਰ ਰਹਿ ਜਾਂਦਾ ਹੈ। ਤੇ ਫਿਰ ਜਿਹੜੇ ਦੂਸਰੇ ਇਕੱਠੇ ਕਰਦੇ, ਮਹਾਰਾਜ ਕਹਿੰਦੇ ਝਗੜਾ ਵੀ ਫਿਰ ਪੈਦਾ ਕਰਦੇ, ਉਸ ਧਨ ਦਾ ਹੰਕਾਰ ਵੀ ਆ ਜਾਂਦਾ ਹੈ। ਤੇ ਉਹਨਾਂ ਨੂੰ ਇਹ ਹੁੰਦਾ ਮੇਰੀ ਕਮਾਈ ਹੈ, ਇਹ ਕਮਾਈ ਨਹੀਂ, ਇਹ ਲੁੱਟ ਖੋਹ ਹੈ। ਧਰਮ ਦੀ ਦੁਨੀਆ 'ਚ ਗੁਰੂ ਸਾਹਿਬ ਦੀ ਨਜ਼ਰ 'ਚ ਇਹ ਕਹਿੰਦੇ ਮੇਰੀ ਮਿਹਨਤ ਹੈ ਜੀ, ਮੈਂ ਆਹ ਕੁਝ ਜਿੰਨਾ ਕੁਝ ਮੈਂ ਪ੍ਰਾਪਤ ਕਰ ਗਿਆ। ਮਹਾਰਾਜ ਕਹਿੰਦੇ ਨੇ ਕੂੜ ਕਮਾਇਆ ਤੂੰ, ਮਿਹਨਤ ਨਹੀਂ ਹੈ ਤੇਰੀ। ਮਹਾਰਾਜ ਨੇ ਜਿੱਥੇ ਸਾਨੂੰ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਦਿੱਤਾ ਹੈ। ਜਿੱਥੇ ਨਾਮ ਜਪੋ ਉੱਥੇ ਕਿਰਤ ਕਰੋ ਵੀ ਹੈ। ਕਿਰਤ ਕਰਕੇ ਆਪਣਾ ਗੁਜ਼ਾਰਾ ਚਲਾਉਣਾ। ਤੇ ਫਿਰ ਵੰਡ ਛਕੋ ਵਾਲੀ ਬਿਰਤੀ ਵੀ ਲੁੱਟ ਖੋਹ ਕੇ ਵੰਡ ਛਕੋ ਵਾਲੀ ਬਿਰਤੀ ਥੋੜ੍ਹੀ ਧਾਰਨ ਕਰੇਗਾ। ਜਿਹੜਾ ਆਪਣੇ ਹੀ ਖਜ਼ਾਨੇ ਭਰਨਾ ਚਾਹੁੰਦਾ, ਆਪਣੀਆਂ ਤਜੋਰੀਆਂ ਭਰਨੀਆਂ ਚਾਹੁੰਦਾ, ਮਹਾਰਾਜ ਫਿਰ ਕਹਿੰਦੇ ਉਹਦੇ ਵਿੱਚ ਫਿਰ ਝਗੜਾ ਖੜਾ ਹੁੰਦਾ ਹੈ। ਪਰ ਧਨ ਨਾਲ ਫਿਰ ਝਗੜਾ ਖੜਾ ਕਰ ਦਿੰਦੇ। ਮਹਾਰਾਜ ਕਹਿੰਦੇ ਮਨੁੱਖ ਫਿਰ ਉਹ ਭਟਕਦਾ, ਨਾਮ ਨਾਲ ਪਿਆਰ ਨਹੀਂ ਹੈ। ਤੇ ਉਹ ਮਨਮੁਖ ਦੇ ਤੁਸੀਂ ਵੇਖੋਗੇ ਉਹ ਫਿਰ ਵਿਲਕਦਾ ਵੀ ਹੈ ਵੀ ਮੈਨੂੰ ਹੋਰ ਪ੍ਰਾਪਤ ਹੋ ਜੇ, ਹੋਰ ਧਨ ਪ੍ਰਾਪਤ ਹੋ ਜੇ। ਮਹਾਰਾਜ ਕਹਿੰਦੇ ਨਹੀਂ, ਫਿਰ ਉਹ ਉਸ ਧਨ ਚੋਂ ਆਨੰਦ ਨਹੀਂ ਮਿਲਣਾ, ਉਸ ਧਨ ਚੋਂ ਸੁੱਖ ਨਹੀਂ ਮਿਲਣਾ। ਧਨ ਬਹੁਤ ਹੈ, ਧਨ ਦੀ ਤੇ ਸੰਸਾਰ ਕੋਲ ਕਮੀ ਨਹੀਂ ਹੈ, ਪਰ ਸੁਖੀ ਕਿੰਨੇ ਨੇ ਇਹ ਅਸੀਂ ਵੇਖ ਸਕਦੇ ਹਾਂ ਸੰਸਾਰ ਦੇ ਅੰਦਰ। ਮਹਾਰਾਜ ਕਹਿੰਦੇ ਤੂੰ ਧਨ 'ਚ ਤੇ ਬਹੁਤ ਖਚਤ ਹੈ, ਧਨ ਹੈ ਵੀ ਹੈ, ਨਾਮ ਨਾਲ ਪਿਆਰ ਨਹੀਂ ਹੈ। ਕੂੜ ਕਮਾ ਰਿਹਾ, ਕੂੜ ਸੰਗ੍ਰਹਿ, ਕੂੜ ਕਰੇ ਹਰ, ਕੂੜ ਹੀ ਕੂੜਦਾ ਹੀ ਤੂੰ ਆਹਾਰ ਕਰਦਾ। ਆਹਾਰ ਕਰਨਾ ਖਾਣ ਨੂੰ ਕਹਿੰਦੇ, ਆਹਾਰ ਸਾਡਾ ਕੀਰਤਨ ਹੋਣਾ ਚਾਹੀਦਾ ਸੀ। ਹਰ ਕੀਰਤਨ ਕਾ ਆਹਾਰੂ, ਪਰ ਆਹਾਰ ਵੀ ਸਾਡਾ ਹੁਣ ਚੰਗਾ ਨਹੀਂ ਹੈ। ਜਿਹੜਾ ਕੋਈ ਲੁੱਟ ਕੇ ਲਿਆ ਕੇ, ਮੈਂ ਮੰਨ ਲਓ ਬੇਈਮਾਨੀ ਦਾ ਪੈਸਾ ਆਪਣੇ ਬੱਚਿਆਂ ਨੂੰ ਖਵਾਵਾਂਗਾ, ਉਹ ਹਾਰ ਜਿਹੜਾ ਉਹਨਾਂ ਦਾ ਬੇਈਮਾਨੀ ਦਾ ਹੋਏਗਾ, ਤੇ ਫਿਰ ਉਹ ਮੇਰੀ ਸੇਵਾ ਥੋੜ੍ਹੀ ਕਰਨਗੇ ਅਖੀਰਲੇ ਸਮੇਂ। ਉਹ ਸਾਡੇ ਬਜ਼ੁਰਗਾਂ ਨੇ ਕਿਹਾ ਸੀ ਜੈਸਾ ਅੰਨ ਤੈਸਾ ਮਨ। ਜਿਹੋ ਜਿਹਾ ਉਹਨਾਂ ਨੂੰ ਅੰਨ ਖਵਾਵਾਂਗੇ ਫਿਰ ਉਹੋ ਜਿਹਾ ਉਹਨਾਂ ਦਾ ਮਨ ਹੋਣਾ ਹੈ। ਉਹ ਫਿਰ ਧਰਮ ਥੋੜ੍ਹੀ ਕਮਾਉਣਗੇ।
ਚੋਰੀ ਦੇ ਲੁੱਟੇ ਹੋਏ ਧਨ ਚੋਂ ਸੁੱਖ ਨਹੀਂ ਮਿਲਦਾ, ਚੋਰੀ ਦੀ ਕਿਤਾਬ ਚੋਂ ਗਿਆਨ ਨਹੀਂ ਮਿਲਦਾ। ਮਹਾਰਾਜ ਦੇ ਬਚਨ ਹੈ। ਕਿਸੇ ਦੀ ਕਿਤਾਬ ਚੋਰੀ ਕਰਕੇ ਆ ਗਈ ਨਾ ਮੈਂ ਗਿਆਨੀ ਬਣਦਾ, ਮਹਾਰਾਜ ਕਹਿੰਦੇ ਨਹੀਂ ਬਣਿਆ ਜਾਣਾ। ਤੇ ਆਹਾਰ ਸਾਡਾ ਠੀਕ ਨਹੀਂ ਹੈ। ਮਹਾਰਾਜ ਨੇ ਕਿਹਾ ਨਾ ਕਿਰਤ ਕਰਕੇ ਛਕੋ, ਭਾਵੇਂ ਥੋੜਾ ਛਕੋ, ਅੰਨ ਪਾਣੀ ਥੋੜਾ ਖਾਇਆ, ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੇ ਚੜ੍ਹੇ ਸੁਭਾਇਆ, ਉਹਦੇ 'ਚ ਹੀ ਆਨੰਦ ਹੈ। ਹਾਂ ਜਿਹੜਾ ਬਣਮੁਖ ਮਹਾਰਾਜ ਕਹਿੰਦੇ ਕੂੜ ਕਮਾਉਂਦਾ, ਕੂੜ ਹੀ ਇਕੱਠਾ ਕਰਦਾ, ਕੂੜ ਦਾ ਹੀ ਆਹਾਰ ਕਰਦਾ। ਉਹਨੂੰ ਕਿਤੇ ਧਾਰਮਿਕ ਸਥਾਨ ਤੇ ਵੀ ਖੜੇ ਨੂੰ ਵੇਖੋ ਰੋਂਦਾ ਵੀ ਹੈ। ਮਨਮੁਖ ਧਨ ਨਹੀਂ ਨਾ ਮਿਲਿਆ, ਅੱਜ ਦੀ ਇੱਛਾ ਸੀ ਨਹੀਂ ਮਿਲਿਆ, ਮਹਾਰਾਜ ਕਹਿੰਦੇ ਵਲੇਵੇ ਕਾਰਨ ਬਾਬਾ ਰੋਈਐ, ਰੋਵਣ ਸਕਲ ਵਿਕਾਰੋ। ਕਹਿੰਦੇ ਵਲੇਵੇ ਕਾਰਨ ਫਿਰ ਰੋਂਦਾ ਵੀ ਹੈ। ਪਦਾਰਥਾਂ ਦੀ ਖਾਤਰ, ਮਾਇਆ ਦੀ ਖਾਤਰ। ਲਾਣੀਆਂ ਬਾਣੀ ਚ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ। ਮਹਾਰਾਜ ਕਹਿੰਦੇ ਹੈ ਵੀ ਇਸ ਤਰ੍ਹਾਂ ਤੇ ਉਹਨੂੰ ਆਨੰਦ ਦੀ ਪ੍ਰਾਪਤੀ ਹੋਣ ਵਾਲੀ ਨਹੀਂ ਹੈ, ਤੇਰੇ ਅੰਦਰ ਸੁੱਖ ਆਉਣ ਵਾਲਾ ਨਹੀਂ ਹੈ। ਬਹੁਤ ਵਾਰੀ ਬਚਨ ਆਪਾਂ ਨੇ ਸਾਂਝੇ ਕੀਤੇ, ਫਿਰ ਆਪ ਜੀਆਂ ਨੂੰ ਯਾਦ ਕਰਾਵਾਂ, ਸੁੱਖ ਨਾ ਹੀ ਬਹੁਤ ਹੈ ਧਨ ਖੱਟ ਹੈ। ਧਨ ਖੱਟਣਾ ਚਾਹੀਦਾ, ਇਹ ਨਹੀਂ ਵੀ ਮਿਹਨਤ ਨਹੀਂ ਕਰਨੀ ਚਾਹੀਦੀ। ਭਾਵੇਂ ਕੋਈ ਬੰਗਲੇ ਪਾਵੇ ਆਪਣੀ ਧਰਮ ਦੀ ਕਿਰਤ ਨਾਲ, ਵੱਡੀ ਗੱਡੀ ਤੇ ਘੋੜੇ ਹਾਥੀ ਰੱਖੇ, ਉਹਦੀ ਕਿਰਤ ਹੈ। ਪਰ ਮਹਾਰਾਜ ਕਹਿੰਦੇ ਜੇ ਇਕੱਲਾ ਧਨ ਇਕੱਠਾ ਕਰਕੇ ਸੁੱਖ ਦੀ ਗੱਲ ਕਰੇ, ਮੁਸ਼ਕਲ ਹੈ, ਸੁੱਖ ਨਹੀਂ ਮਿਲਣਾ। ਸੁੱਖ ਨਾ ਹੀ ਬਹੁਤ ਹੈ ਧਨ ਖਾਟੇ, ਸੁੱਖ ਨਾ ਹੀ ਪੇਖ ਨਿਰਤ ਨਾਟੇ, ਸੁੱਖ ਨਾ ਹੀ ਬਹੁਤ ਦੇਸ਼ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਹਰ ਗੁਣ ਗਾਉਣ 'ਚ ਸੁੱਖ ਹੈ। ਤੇ ਮਹਾਰਾਜ ਕਹਿੰਦੇ ਨਾਮ ਨਾ ਲੱਗੇ ਪਿਆਰ, ਮਨਮੁਖ ਮਾਇਆ ਮੋਹ ਹੈ। ਫਿਰ ਸੁੱਖ ਕਿੱਥੇ ਰਿਹਾ? ਸੁੱਖ ਤੇ ਮਿਲੇਗਾ ਹੀ ਨਹੀਂ। ਜਿਹਨੇ ਸੁੱਖ ਦੇਣਾ ਉਹਦੇ ਨਾਲ ਤੇ ਪਿਆਰ ਹੀ ਨਹੀਂ ਹੈ। ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਰਸਤੇ 'ਚ ਜਾ ਰਹੇ ਨੇ, ਇੱਕ ਸ਼ਾਹੂਕਾਰ ਬੈਠਾ ਆਪਣੀ ਦੁਕਾਨ ਤੇ। ਭਾਈ ਮਰਦਾਨੇ ਨੇ ਵੇਖਿਆ ਵੀ ਇੱਕ ਬੰਦਾ ਪੱਖਾ ਚੱਲ ਰਿਹਾ, ਉਹਨੂੰ ਪੁਰਾਤਨ ਸਮੇਂ ਉਹ ਛੱਤ ਨਾਲ ਪੱਖਾ ਬੰਨਿਆ ਹੁੰਦਾ ਸੀ ਤੇ ਰੱਸੀ ਬੰਨ੍ਹ ਕੇ ਨਾ ਨੌਕਰ ਨੂੰ ਬਾਹਰ ਬਿਠਾਇਆ ਹੁੰਦਾ ਸੀ, ਉਹ ਰੱਸੀ ਖਿੱਚੀ ਜਾਂਦਾ ਸੀ, ਪੱਖਾ ਹਵਾ ਦਿੰਦਾ ਸੀ। ਸ਼ਾਹੂਕਾਰ ਨੇ ਸਿਰਫ ਪੈਸੇ ਪਕੜਨੇ ਹੁੰਦੇ ਸਨ ਤੇ ਉਹਨੇ ਪੈਸੇ ਵਾਪਸ ਕਰਨੇ, ਪੈਸੇ ਤਿਜੋਰੀ 'ਚ ਰੱਖਣੇ, ਨੌਕਰੀ ਸੌਦਾ ਤੋਲ ਕੇ ਦਿੰਦੇ ਸਨ। ਇੱਕ ਪੱਖਾ ਚੱਲ ਰਿਹਾ, ਉਹ ਭਾਈ ਮਰਦਾਨਾ ਜੀ ਨੂੰ ਕੋਈ ਚੀਜ਼ ਦੀ ਜ਼ਰੂਰਤ ਸੀ, ਉਹ ਸ਼ਾਹੂਕਾਰ ਦੀ ਦੁਕਾਨ ਤੇ ਚਲੇ ਗਏ। ਵੇਖ ਕੇ ਕਹਿੰਦੇ ਜੀ ਇਹਦੇ ਵਰਗਾ ਤੇ ਸੁਖੀ ਸੰਸਾਰ 'ਚ ਨਹੀਂ ਕੋਈ ਹੋਣਾ। ਸ਼ਾਹੂਕਾਰ ਵੱਲ ਵੇਖ ਕੇ ਭਾਈ ਮਰਦਾਨਾ ਜੀ ਕਹਿੰਦੇ ਹੈ ਕਿੰਨੇ ਆਨੰਦ 'ਚ ਹੈ, ਨੌਕਰ ਚਾਕਰ ਦੁਕਾਨ ਦੇ ਉੱਪਰ ਸਿਰਫ ਪੈਸੇ ਫੜਨੇ ਹੀ ਹੈ। ਇਸ ਸ਼ਾਹੂਕਾਰ ਦਾ ਕੰਮ ਉੱਤੇ ਪੱਖਾ ਚੱਲ ਰਿਹਾ ਹੈ, ਕੁਰਸੀ ਤੇ ਬੈਠਾ, ਥੱਲੇ ਪਾਣੀ ਛਿੜਕਿਆ ਹੈ, ਬੜਾ ਆਨੰਦ ਹੈ। ਗੁਰੂ ਨਾਨਕ ਸਾਹਿਬ ਜੀ ਨੂੰ ਆ ਕੇ ਕਹਿੰਦੇ ਸਤਿਗੁਰੂ ਜੀ ਇਹ ਸ਼ਾਹੂਕਾਰ ਤੇ ਬੜਾ ਆਨੰਦ ਮਾਣ ਰਿਹਾ। ਮਹਾਰਾਜ ਇੰਨਾ ਸੁੱਖ ਤੇ ਕਿਸੇ ਕੋਲ ਵੀ ਨਹੀਂ ਹੋਏਗਾ। ਨੌਕਰ ਚਾਕਰ ਮਹਾਰਾਜ ਕਹਿੰਦੇ ਜਾ ਕੇ ਪੁੱਛ ਇਸ ਸ਼ਾਹੂਕਾਰ ਨੂੰ ਸੁਖੀ ਹੈ। ਵੇਖਣ ਨੂੰ ਬਹੁਤ ਸੁਖੀ ਲੱਗਦਾ ਸੀ। ਭਾਈ ਮਰਦਾਨੇ ਨੇ ਵੇਖਿਆ ਹੀ ਹੈ ਵੀ ਬੜੀਆਂ ਸਹੂਲਤਾਂ ਹੈ, ਸਾਨੂੰ ਵੀ ਐਂ ਲੱਗਦਾ ਹੈ ਵੀ ਇਹਦੇ ਕੋਲ ਧਨ ਬੜਾ, ਇਹਦੇ ਕੋਲ ਗੱਡੀ ਬੜੀ ਵੱਡੀ, ਇਹਨੇ ਘਰ ਤੇ ਪੈਸਾ ਬੜਾ, ਮਕਾਨ ਬੜਾ ਸੋਹਣਾ ਹੈ, ਸਾਨੂੰ ਐਂ ਲੱਗਦਾ ਵੀ ਉਹ ਬੜਾ ਸੁਖੀ ਹੋਏਗਾ। ਪਰ ਮਹਾਰਾਜ ਕਹਿੰਦੇ ਜਦੋਂ ਕਿਸੇ ਨਾਲ ਸਾਂਝ ਕਰੋਗੇ ਨਾ, ਫਿਰ ਦੁੱਖ ਦੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਕਹਿੰਦੇ ਦੁੱਖ ਦੀਆਂ ਪੰਡਾਂ ਹੀ ਅਗਲਾ ਖੋਲੇਗਾ, ਸੁੱਖ ਇੱਕ ਵੀ ਨਹੀਂ ਜੇ ਵਿੱਚੋਂ ਨਿਕਲਦਾ। ਵੇਖਣ ਨੂੰ ਲੱਗਦਾ ਬੜਾ ਸੁਖੀ ਹੈ। ਭਾਈ ਮਰਦਾਨਾ ਜੀ ਗਏ, ਕਹਿਣ ਲੱਗੇ ਸ਼ਾਹੂਕਾਰ ਦੀ ਸਾਰੀਆਂ ਸਹੂਲਤਾਂ ਮੰਨਦੇ ਹੋ, ਮੈਂ ਤੇ ਸਮਝਦਾ ਸਾਰਿਆਂ ਨਾਲੋਂ ਤੁਸੀਂ ਸੁੱਖ ਭੋਗਦੇ, ਸਾਰਿਆਂ ਨਾਲੋਂ ਸੁਖੀ ਹੋ, ਆਨੰਦ ਮਾਣ ਰਹੇ ਹੋ। ਸ਼ਾਹੂਕਾਰ ਨੂੰ ਜਦੋਂ ਪੁੱਛਿਆ ਭਾਈ ਮਰਦਾਨਾ ਨੇ, ਬਹੁਤ ਸੁਖੀ ਲੱਗਦੇ ਹੋ। ਕਵੀ ਸੰਤੋਖ ਸਿੰਘ ਜੀ ਕਹਿੰਦੇ ਧਾ ਮਾਰ ਕੇ ਰੋਇਆ। ਸ਼ਾਹੂਕਾਰ ਕਹਿਣ ਲੱਗਾ ਮੈਂ ਸਮਝਦਾ ਮੇਰੇ ਜਿੰਨਾ ਦੁਖੀ ਸੰਸਾਰ ਤੇ ਹੋਰ ਕੋਈ ਦੂਸਰਾ ਬੰਦਾ ਨਹੀਂ ਹੋਣਾ। ਉਹਨੇ ਆਪਣੇ ਪਰਿਵਾਰ ਦੀ ਕੋਈ ਪ੍ਰੋਬਲਮ ਦੱਸੀ, ਉਹ ਮਾਂ ਜੀ ਨਾਲ ਸ਼ੇਅਰ ਨਹੀਂ ਕਰਦਾ। ਕਹਿਣ ਦਾ ਭਾਵ ਹੈ ਵੀ ਕੋਈ ਧਨ 'ਚ ਸੁੱਖ ਨਹੀਂ ਹੈ, ਨਿਰਤ ਨਾਟੇ ਦਾ ਸੁੱਖ ਨਹੀਂ, ਵੀ ਨਾਟਕ ਚੇਟਕ ਵੇਖਣੇ, ਕੋਈ ਫਿਲਮ ਵੇਖ ਆਉਣੀ ਥੀਏਟਰ 'ਚ ਜਾ ਕੇ, ਉਹਨਾਂ ਚਿਰ ਹੀ ਉਹ ਐਂ ਲੱਗਦਾ ਵੀ ਮੈਂ ਉਹਦਾ ਪਾਤਰ ਹੀ ਹੈ। ਔਰ ਜਦੋਂ ਫਿਰ ਸੁਰਤ ਦੁੱਖ ਤੇ ਅੱਗੇ ਉਸ ਤਰ੍ਹਾਂ ਹੀ ਖੜਾ ਹੈ। ਜਿਹਨੇ ਸੁੱਖ ਦੇਣਾ ਉਹਦੇ ਨਾਲ ਤਾਂ ਜੁੜੇ ਹੀ ਨਹੀਂ ਹੈ। ਮਹਾਰਾਜ ਕਹਿੰਦੇ ਬਸ ਕੂੜ ਇਕੱਠਾ ਕਰਨ ਤੇ ਲੱਗੇ ਆ ਵੀ ਸ਼ਾਇਦ ਸਾਡੀ ਹਰੇਕ ਬੰਦੇ ਦੀ ਸੋਚ ਹੈ 4 ਰੁਪਏ ਹੋਣਗੇ ਸੁਖੀ ਹੋਵਾਂਗਾ। ਅਸੀਂ ਵੀ ਚਾਹੁੰਦੇ ਆ ਸੁੱਖ ਚਾਹੀਦਾ ਹੈ, ਸੁੱਖ ਹੋਣਾ ਚਾਹੀਦਾ ਸਾਡੇ ਕੋਲ, ਪਰ ਸੁੱਖ ਧਨ ਜੇ ਅਸੀਂ ਸੁੱਖ ਲੱਭਦੇ ਉਹਦੇ 'ਚ ਸੁੱਖ ਹੈ ਨਹੀਂ ਹੈ।
ਮਰਜ਼ ਕਹਿੰਦੇ ਐ ਵੀ ਹਰੇਕ ਬੰਦੇ ਧਨ ਦੀ ਦੌੜ 'ਚ ਹੈ ਵੀ ਇਹਦੇ 'ਚੋਂ ਸ਼ਾਇਦ ਸੁੱਖ ਮਿਲੇ, 4 ਰੁਪਈਏ ਮੈਂ ਸੁਖੀ ਹੋਵਾਂਗਾ। ਜਿੰਨਾ ਧਨ ਅਸੀਂ ਪ੍ਰਾਪਤ ਕਰਕੇ ਸੁਖੀ ਹੋਣ ਦੀ ਗੱਲ ਕਰਦੇ, ਉਹਨਾਂ ਧਨ ਤੇ ਬਹੁਤਿਆਂ ਕੋਲ ਹੈ ਕਿ ਉਹ ਸੁਖੀ ਨੇ ਨਹੀਂ। ਮਰਜ਼ ਕਹਿੰਦੇ ਉਹ ਫਿਰ ਠੱਗ ਕੇ ਹੀ ਲਿਆਉਂਦਾ ਹੈ ਮਨੁੱਖ, ਉਹੀ ਧਨ ਇਕੱਠਾ ਕਰਦਾ ਹੈ। ਤੇ ਮਹਾਰਾਜ ਕਹਿੰਦੇ ਕੰਮ ਕੋਈ ਨਹੀਂ, ਜਿਹੜਾ ਸੰਗ੍ਰਹਿ ਜਿਹੜਾ ਇਕੱਠਾ ਕੀਤਾ ਉਹ ਵੀ ਕਿਹੜਾ ਕੰਮ ਹੋਣਾ ਹੈ। ਜਿੱਦਾਂ ਤੁਰ ਜਾਂਦਾ ਮਨੁੱਖ ਸਭ ਕੁਝ ਇੱਥੇ ਛੱਡ ਜਾਂਦਾ। ਕਈ ਵਾਰੀ ਜਿਉਂਦਿਆਂ ਵੀ ਉਹ ਸਾਡਾ ਕਮਾਇਆ ਧਨ ਸਾਡੇ ਤੇ ਕੰਮ ਨਹੀਂ ਕਰ, ਸਾਡੇ ਕੰਮ ਨਹੀਂ ਆਉਂਦਾ। ਉਹ ਵੀ ਸਾਨੂੰ ਸਾਡਾ ਧਨ ਤੰਦਰੁਸਤੀ ਨਹੀਂ ਦੇ ਸਕਦਾ। ਹੁਣ ਤੇ ਬਹੁਤੀਆਂ ਐਸੀਆਂ ਬਿਮਾਰੀਆਂ ਜਿਨ੍ਹਾਂ ਦਾ ਇਲਾਜ ਹੀ ਕੋਈ ਨਹੀਂ ਹੈ। ਪੈਸਾ ਜਿਹਦੇ ਕੋਲ ਜਿੰਨਾ ਮਰਜ਼ੀ ਜਿਹਦੇ ਕੋਲ ਹੋਵੇ, ਉਹ ਆਪਣਾ ਇਲਾਜ ਨਹੀਂ ਕਰਵਾ ਸਕਦਾ। ਹਾਂ, ਇਹ ਜਿਹੜੇ ਬਹੁਤ ਜਿਹੜੇ ਦੁੱਖ ਨੇ ਇਹ ਰੱਬ ਦੇ ਦਿੱਤੇ ਨਹੀਂ, ਇਹ ਸਾਨੂੰ ਇਹ ਆਪਣੇ ਮੰਨ ਲਓ ਹੁਣ ਕੋਈ 60-70 ਸਾਲ ਦਾ ਹੈਗਾ, ਉਹਨੂੰ ਸ਼ੂਗਰ ਕੋਈ ਬਲੱਡ ਪ੍ਰੈਸ਼ਰ ਵੱਧਦਾ ਘਟਦਾ, ਉਹਦੇ ਚਲੋ ਉਹਦੀ ਉਮਰ ਦੇ ਹਿਸਾਬ ਨਾਲ ਹੋ ਗਿਆ। ਹੁਣ 30-25 ਸਾਲ ਦੇ ਉਹਨੂੰ ਸ਼ੂਗਰ ਹੋਈ ਹੈ, 25 ਸਾਲ ਦੇ ਛੱਡੋ 5-5 ਸਾਲ ਦੇ ਬੱਚਿਆਂ ਨੂੰ ਇਹ ਸਾਡੇ ਲਾਏ ਹੋਏ ਦੁੱਖ ਹੈ ਸਾਨੂੰ। ਅਕੂੜ ਕਦੇ ਆਹਾਰ ਦੀ ਗੱਲ ਹੈ ਨਾ, ਵੀ ਖਾਧਾ ਹੀ ਇਹੋ ਜਿਹਾ ਉਹ ਰੋਗ ਬਣ ਗਿਆ। ਖਸਮ ਵਸਾਦ ਕੀਏ ਰਸ ਭੋਗ, ਤਾਂ ਉੱਠ ਖਲੋਏ ਰੋਗ। ਉਸ ਧਨ ਚੋਂ ਵੀ ਰੋਗ ਪੈਦਾ ਹੁੰਦੇ ਆ। ਮਹਾਰਾਜ ਕਹਿੰਦੇ ਜਿਹੜਾ ਖੋ ਕੇ ਖਾਧਾ ਜਾਂਦਾ ਹੈ ਉਹ ਰੋਗੀ ਬਣਾ ਦਿੰਦੇ ਮਨੁੱਖ ਨੂੰ। ਮਹਾਰਾਜ ਕਹਿੰਦੇ ਬਿਖ ਮਾਇਆ ਧਨ ਸੰਚ ਮਰੈ, ਫਿਰ ਉਹ ਬਿਖ ਜ਼ਹਿਰ ਨੂੰ ਕਹਿੰਦੇ ਮਾਇਆ ਧਨ ਨੂੰ ਸੰਚ ਮਰੈ, ਇਕੱਠਾ ਕਰਦੇ ਮਨੁੱਖ ਮਰ ਜਾਂਦਾ ਹੈ। ਜਿਵੇਂ ਦਾਸ ਨੇ ਬਹੁਤ ਵਾਰੀ ਬਚਨ ਕਹੇ ਵੀ ਮੱਖੀ ਗੁੜ ਤੇ ਬੈਠਦੀ ਹੈ ਨਾ, ਗੁੜ ਚੋਂ ਰਸ ਆਉਂਦਾ 2-4 ਮਿੰਟ, ਜਦੋਂ ਉੱਡਣ ਲੱਗਦੀ ਉਹਦੇ ਪੈਰ ਵਿੱਚ ਫਸ ਜਾਂਦੇ ਨੇ, ਸਿੱਲੇ ਗੁੜ ਚੋਂ ਚਿਪਕ ਜਾਂਦੀ ਆ ਨਾਲ ਹੀ। ਮਨੁੱਖ ਦੀ ਹਾਲਤ ਇਸ ਤਰ੍ਹਾਂ ਹੀ ਹੈ, ਧਨ ਦੇ ਪਿੱਛੇ ਦੌੜਦਾ, ਚਿਪਕ ਜਾਂਦਾ ਧਨ ਦੇ ਨਾਲ, ਇੱਥੇ ਹੀ ਖਤਮ ਹੋ ਜਾਂਦਾ। ਜਾਂ ਜੇ ਆਪਾਂ ਕਈ ਵਾਰੀ ਸ਼ਬਦ ਵਰਤਦੇ ਆ ਵੀ ਵੇਖੋ ਜੀ ਇਹ ਧਨ ਕਮਾਉਂਦੇ ਤੂੰ ਮਰਨਾ ਹੈ, ਕੋਈ ਬੰਦਗੀ ਵੀ ਕਰ, ਅਸੀਂ ਇਹ ਵੀ ਕਹਿੰਦੇ ਹਾਂ। ਕਈ ਵਾਰੀ ਸਾਨੂੰ ਕੋਈ ਬੰਦਾ ਇੰਨਾ ਕੋਈ ਧਨ 'ਚ ਖਚਤ ਨਜ਼ਰ ਆਉਂਦਾ, ਉਹ ਅਸੀਂ ਉਹਨੂੰ ਵੇਖ ਕੇ ਕਹਿੰਦੇ ਤੂੰ ਇਸ ਤਰ੍ਹਾਂ ਹੀ ਮਰ ਮੁੱਕ ਜਾਣਾ, ਕੋਈ ਬੰਦਗੀ ਦੀ ਗੱਲ ਵੀ ਕਰ। ਮਹਾਰਾਜ ਕਹਿੰਦੇ ਮਾਇਆ ਧਨ ਸੰਚ ਮਰੈ, ਮਾਇਆ ਇਕੱਠਾ ਕਰਕੇ ਉਹ ਧਨ ਇਕੱਠਾ ਕਰਕੇ ਉਹ ਤੁਰ ਜਾਂਦਾ ਹੈ। ਅੰਤ ਹੋਏ ਸਭ ਸਾਰ, ਉਹੀ ਕਮਾਇਆ ਧਨ ਅੰਤ ਨੂੰ ਸੁਆਹ ਹੋ ਜਾਂਦਾ ਹੈ। ਸ਼ਾਰਦਾਰਥ ਤੇ ਸੁਆਹ ਹੈ, ਉਸ ਧਨ ਦਾ ਲਾਭ ਕੋਈ ਨਹੀਂ ਹੈ। ਕਤਰ ਤੇ ਕਰਦਾ ਬੰਦਾ, ਕਤਰ ਕਰਦਾ ਕਰਦਾ ਤੁਰ ਜਾਂਦਾ ਹੈ, ਅੰਤ ਨੂੰ ਮਾਇਆ ਸੁਆਹ ਰੂਪ ਹੋ ਜਾਂਦੀ ਹੈ। ਭਾਵ ਕਿ ਸਾਡੇ ਕੰਮ ਕੋਈ ਨਹੀਂ ਆਉਂਦੀ ਹੈ, ਮਨੁੱਖ ਆਪ ਵੀ ਸੁਆਹ ਹੀ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਹੈ ਅੰਤ ਨੂੰ ਤੇ ਇਹੋ ਧਨ ਹੋਏਗੋ ਭਸਮ ਕੀ ਢੇਰੀ। ਹਾਂ, ਧਨ ਕਮਾਉਣਾ ਜਿੰਨਾ ਚਿਰ ਸਰੀਰ 'ਚ ਸਤਿਆ ਹੈ, ਜਿੰਨਾ ਚਿਰ ਸਰੀਰ ਕੰਮ ਕਰ ਸਕਦਾ ਹੈ, ਤੇ ਮਹਾਰਾਜ ਕਹਿੰਦੇ ਉਹਨੂੰ ਧਰਮ ਅਰਥ ਵੀ ਲਾਉਣਾ ਚਾਹੀਦਾ। ਕਿਸੇ ਬਜ਼ੁਰਗ ਨੇ ਬਹੁਤ ਧਨ ਕਮਾਇਆ, ਉਹ ਧਨ ਧਰਮ ਦੀ ਕਿਰਤ ਨਹੀਂ ਸੀ, ਮਾਇਆ ਦੇ ਵਿੱਚ ਉਹ ਮੋਹਿਆ ਹੋਇਆ ਬੰਦਾ ਧਨ ਇਕੱਤਰ ਕਰ ਦੋ, ਆਪਣੇ ਭਰਾ ਨਾਲ ਵੀ ਧੋਖਾ ਕਰਦਾ, ਰਿਸ਼ਤੇਦਾਰੀਆਂ ਨਾਲ ਵੀ, ਸਾਰਿਆਂ ਨਾਲ। ਖੀਰ ਨੂੰ ਫਿਰ ਇੱਕ ਦਿਨ ਉਹਨੂੰ ਇਹ ਝੋਰਾ ਲੱਗਦਾ ਵੀ ਮੈਨੂੰ ਐਸਾ ਨਹੀਂ ਸੀ ਕਰਨਾ ਚਾਹੀਦਾ। ਜਦੋਂ ਸਮਝ ਆਉਂਦੀ ਉਦੋਂ ਬੰਦੇ ਦੇ ਵੱਸ ਕੁਝ ਨਹੀਂ ਰਹਿੰਦਾ, ਉਦੋਂ ਕਰ ਵੀ ਕੁਝ ਨਹੀਂ ਸਕਦਾ। ਸਾਰੀ ਜ਼ਿੰਦਗੀ ਉਸ ਮਨੁੱਖ ਨੇ ਧਨ ਇਕੱਠਾ ਕੀਤਾ ਤੇ ਮੰਜੇ ਤੇ ਪੈ ਗਿਆ, ਕੋਈ ਬਿਮਾਰੀ ਲੱਗ ਗਈ। ਹੁਣ ਧਨ ਨਾਲ ਕੋਈ ਇਲਾਜ ਵੀ ਨਹੀਂ ਹੋ ਰਿਹਾ, ਬਿਮਾਰੀ ਇਹੋ ਜਿਹੀ ਸੀ, ਮੰਜੇ ਤੇ ਪੈ ਗਿਆ। ਹੁਣ ਮਨ 'ਚ ਵਿਚਾਰ ਬਣੀ ਵੀ ਮੇਰਾ ਕਮਾਇਆ ਧਨ ਕਿਸੇ ਗਰੀਬ ਦੇ ਕੰਮ ਆਵੇ। ਪੁੱਤਰਾਂ ਨੂੰ ਤੇ ਬਹੁਤ ਇਕੱਠਾ ਕਰਕੇ ਦੇ ਕੇ ਚੱਲਿਆ, ਤੇ ਧਨ ਤੇ ਸਾਰਾ ਮੈਂ ਨਜਾਇਜ਼ ਤਰੀਕੇ ਨਾਲ ਹੀ ਇਕੱਤਰ ਕੀਤਾ, ਤੇ ਚਲੋ ਮੇਰੀਆਂ ਅੱਖਾਂ ਦੇ ਸਾਹਮਣੇ ਜਿਉਂਦਿਆਂ ਜਿਉਂਦਿਆਂ ਉਸ ਧਨ ਚੋਂ ਮੈਂ ਕਿਸੇ ਦੀ ਮਦਦ ਕਰ ਸਕਾਂ, ਕਿਸੇ ਨੂੰ ਤੰਦਰੁਸਤੀ ਮੇਰੇ ਕਮਾਏ ਧਨ ਚੋਂ ਮਿਲ ਜੇ, ਕਿਸੇ ਦੀ ਗਰੀਬੀ ਦੂਰ ਹੋ ਜੇ, ਮੈਂ ਸੁਰਖਰੂ ਹੋ ਕੇ ਸ਼ਾਇਦ ਜਾਵਾਂ। ਸੋਚ ਹੈ। ਉਹ ਆਪਣੇ ਪੁੱਤਰਾਂ ਨੂੰ ਕਹਿੰਦਾ ਤੁਹਾਨੂੰ ਵੇਖੋ ਇੰਨਾ ਧਨ ਇਕੱਠਾ ਕਰਕੇ ਦੇ ਕੇ ਚੱਲਿਆ, ਇੰਨੀ ਪ੍ਰਾਪਰਟੀ ਬਣਾਈ ਹੈ, ਇੰਨੀ ਜਾਇਦਾਦ ਬਣਾਈ ਹੈ, ਮੇਰੇ ਜਾਗ ਤੋਂ ਪਹਿਲਾਂ ਮੇਰੀਆਂ ਅੱਖਾਂ ਦੇ ਸਾਹਮਣੇ ਕਿਸੇ ਲੋੜਵੰਦਾਂ ਨੂੰ ਧਨ ਵੰਡੋ। ਕੌਣ ਵੰਡਦਾ? ਉਹਨਾਂ ਨੂੰ ਪਤਾ ਸੀ ਬਾਪੂ ਨੂੰ ਉੱਠਣ ਜੋਗਾ ਨਹੀਂ ਹੈ, ਤੇ ਉਹ ਪੁੱਤਰ ਜਿਨ੍ਹਾਂ ਨੇ ਹਿੱਸੇ ਪਹਿਲਾਂ ਹੀ ਸ਼ਾਇਦ ਵੰਡ ਲਿਆਉਣਗੇ ਵੀ ਬਾਪੂ ਮੰਜੇ ਤੇ ਬੈਠੇ, ਹੁਣ ਉਹਨਾਂ ਨੇ ਕਿਸੇ ਨੂੰ ਕਿਉਂ ਵੰਡਣਾ।
ਉਹ ਤੇ ਹੁਣ ਇਸ ਉਡੀਕ ਦੇ ਅੰਦਰ ਨੇ, ਬਾਪੂ ਕਿਦਨ ਆਪਣਾ ਸਰੀਰ ਤਿਆਗਦਾ ਹੈ। ਉਹ ਕੋਈ ਨਹੀਂ, ਬਾਪੂ ਕੱਲ ਨੂੰ ਸੱਦਾਂਗੇ, ਪਰਸੋਂ ਸੱਦਾਂਗੇ। ਉਹ ਕਰਦਿਆਂ ਕਰਦਿਆਂ ਜੀ ਬਜ਼ੁਰਗ ਫਿਰ ਆਪਣੀਆਂ ਧੀਆਂ ਨੂੰ ਸੱਦ ਲੈਂਦਾ ਹੈ। ਬੋਲਣਾ ਵੀ ਬੰਦ ਹੋ ਗਿਆ। ਸੁਰਤ ਫਿਰ ਵੀ ਧਨ ਨਾਲ ਹੀ ਹੈ ਵੀ ਮੇਰਾ ਕਮਾਇਆ ਧਨ ਕਿਸੇ ਦੇ ਕੰਮ ਆ ਜੇ। ਇਹਨਾਂ ਵਾਸਤੇ ਤੇ ਇਕੱਠਾ ਕੀਤਾ ਹੈ ਤੇ ਹੁਣ ਰੋਟੀ ਵੀ ਨਹੀਂ ਪੁੱਛਦੇ ਹੈ। ਬੜਾ ਤੰਗ ਸੀ ਬਜ਼ੁਰਗ। ਹੁਣ ਬੱਚੇ ਰੋਟੀ ਵੀ ਨਹੀਂ, ਉਹ ਕਹਿੰਦੇ ਹੁਣ ਤੇ ਉਡੀਕ ਦੇ ਅੰਦਰ ਹੈ ਵੀ ਬਾਪੂ ਕਦੋਂ ਤੁਰਦਾ ਸੰਸਾਰ ਤੋਂ। ਉਹ ਧੀਆਂ ਆ ਗਈਆਂ, ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਹੈ ਵੀ ਧਨ ਮੈਂ ਕਹਿਣਾ ਚਾਹੁੰਦਾ ਗਰੀਬਾਂ ਨੂੰ ਵੰਡ ਦਿਓ। ਇਹਨਾਂ ਨੂੰ ਕਿੰਨਾ ਕਮਾ ਕੇ ਦੇ ਕੇ ਚੱਲਿਆ, ਕਿੰਨੇ ਫਿਰ ਉਹ ਸਾਰੀਆਂ ਫਿਰ ਤੇ ਵੰਡੀਆਂ। ਪਹਿਲਾਂ ਹੀ ਉਹ ਅਖੀਰ ਨੂੰ ਤੁਰ ਗਿਆ ਜੀ, ਸਰੀਰ ਛੱਡ ਗਿਆ। ਸੁਰਤ ਸਾਰੀ ਜ਼ਿੰਦਗੀ ਧਨ ਦੇ ਵਿੱਚ ਰਹੀ, ਜਿਉਂਦਿਆਂ ਧਨ ਕਮਾਉਂਦਾ ਰਿਹਾ, ਮੰਜੇ ਤੇ ਪੈ ਕੇ ਸੁਰਤ ਫਿਰ ਵੀ ਉਸ ਮਾਇਆ ਦੇ ਅੰਦਰ ਜਿਹੜੀ ਕਮਾਈ ਹੋਈ ਹੈ। ਤੇ ਮਹਾਰਾਜ ਨੇ ਬਚਨ ਲਿਖ ਕੇ ਦਿੱਤੇ ਆ, ਜਿਹਦੀ ਸੁਰਤ ਜਾਣ ਲੱਗਿਆ ਮਾਇਆ ਚ ਰਹਿੰਦੀ ਉਹਨੂੰ ਸੱਪ ਦੀ ਜੋੜ ਪ੍ਰਾਪਤ ਹੁੰਦੀ ਹੈ। ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਪਰੈ ਸਰਪ ਜੋਨ ਵੱਲ ਵੱਲ ਉਤਰੈ। ਲਿਖਣ ਵਾਲਾ ਗੁਰਮੁਖ ਪਿਆਰਾ ਕਹਿੰਦਾ ਜੇ ਧਨ ਸਾਰੀ ਜ਼ਿੰਦਗੀ ਕਮਾਇਆ, ਸੁਰਤ ਧਨ ਚ ਰਹਿ ਗਏ, ਫਿਰ ਮਨੁੱਖ ਨੂੰ ਮੁਕਤੀ ਕਦੇ ਵੀ ਨਹੀਂ ਮਿਲੇਗੀ। ਫਿਰ ਤੇ ਉਹ ਸੁਰਤ ਕਰਕੇ ਜੇ ਹੀ ਸੁਰਤ ਤੇਹਾ ਤਿਨ ਰਾਹ, ਜਾਂ ਜੇ ਹੀ ਰੁੱਤ ਕਾਇਆ ਸੁਖ ਤੇਹਾ। ਰੁੱਤ ਦਾ ਅਰਥ ਹੁੰਦਾ ਅੰਦਰਲੀ ਅਵਸਥਾ। ਕਾਇਆ ਸੁਖ ਤੇਹਾ, ਕਾਇਆ ਉਹੋ ਜਿਹੀ ਮਿਲੇਗੀ। ਸਰੀਰ ਤਿਆਗਣ ਲੱਗਾ, ਜਿੱਥੇ ਸਾਡੀ ਸੁਰਤੀ ਚਲੀ ਗਈ ਨਾ, ਸਾਨੂੰ ਅਗਲਾ ਸਰੀਰ ਉਸ ਹਿਸਾਬ ਨਾਲ ਪ੍ਰਾਪਤ ਹੋਣਾ ਹੈ। ਮਹਾਰਾਜ ਨੇ ਲਿਖ ਕੇ ਦਿੱਤਾ ਹੈ, ਜਿੱਥੇ ਸੁਰਤ ਟਿਕ ਗਈ ਉੱਥੇ ਹੀ ਅਗਲਾ ਸਰੀਰ ਜਾਏਗਾ। ਉਹ ਬੰਦਾ ਸਿੰਘ ਬਹਾਦਰ ਨੇ ਜਦੋਂ ਮਾਧੋਦਾਸ ਵਿਰਾਗੀ ਸਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਮਾਧੋਦਾਸ ਕਹਿੰਦੇ ਜੀ ਮੇਰਾ ਗੁਰੂ ਬੜਾ ਪੁੱਜਿਆ ਸੀ। ਮਹਾਰਾਜ ਕਹਿੰਦੇ ਮਾਧੋਦਾਸ ਤੇਰਾ ਗੁਰੂ ਕਿੱਥੇ, ਤੈਨੂੰ ਕੋਈ ਨੌਲੇਜ ਕੋਈ ਪਤਾ ਹੈ? ਕਹਿੰਦਾ ਜੀ ਨਹੀਂ, ਜਿਉਂਦਿਆਂ ਤੇ ਮੇਰੀ ਉਹਦੇ ਨਾਲ ਸਾਂਝ ਸੀ, ਔਰ ਹੁਣ ਮੈਨੂੰ ਖਬਰ ਨਹੀਂ ਉਹ ਕਿੱਥੇ ਹੈ। ਤੇ ਮਹਾਰਾਜ ਨੇ ਉਹਦੇ ਡੇਰੇ 'ਚ ਇੱਕ ਦਰਖਤ ਨੂੰ ਫਲ ਲੱਗਾ ਸੀ। ਮਹਾਰਾਜ ਕਹਿੰਦੇ ਤੇਰਾ ਗੁਰੂ ਉਸ ਫਲ ਦੇ ਵਿੱਚ ਬੈਠਾ ਹੈ, ਕਿਰਮ ਦੇ ਰੂਪ ਦੇ ਅੰਦਰ। ਮਾਧੋਦਾਸ ਵਿਰਾਗੀ ਕਹਿੰਦਾ ਜੀ ਇਹ ਨਹੀਂ ਹੋ ਸਕਦਾ, ਉਹ ਤੇ ਬੜਾ ਪੁੱਜਿਆ ਗੁਰੂ ਜੀ ਦਾ ਮੈਂ ਚੇਲਾ ਹੈ। ਮਹਾਰਾਜ ਕਹਿੰਦੇ ਪੁੱਜਿਆ ਕਾਹਦਾ ਸੀ? ਬਿਰਤੀ ਤੇ ਸੰਸਾਰ 'ਚ ਰਹਿ ਗਈ, ਜਾਣ ਲੱਗਿਆ। ਕਹਿੰਦੇ ਇਸੇ ਦਰਖਤ ਥੱਲੇ ਉਹਨੇ ਸਰੀਰ ਛੱਡਿਆ ਸੀ ਨਾ। ਕਹਿੰਦਾ ਮਾਧੋਦਾਸ ਜੀ ਕਹਿੰਦਾ ਹਾਂਜੀ। ਮਹਾਰਾਜ ਕਹਿੰਦੇ ਮੰਜੇ ਤੇ ਪਿਆ ਸੀ, ਉੱਠਣ ਦੀ ਸਤਿਆ ਨਹੀਂ ਸੀ, ਤੇ ਫਲ ਪੱਕਾ ਸੀ ਸਿਰ ਦੇ ਉੱਪਰ। ਤੇ ਫਲ ਵੱਲ ਵੇਖ ਕੇ ਸੋਚਦਾ ਜੀ ਇਹ ਸਤਿਆ ਹੁੰਦੀ ਤੇ ਜੇ ਫਲ ਦਾ ਰਸ ਮੰਨਣਾ ਸੀ, ਮੈਂ ਤੋੜ ਕੇ ਇਹਨੂੰ ਖਾ ਲੈਂਦਾ। ਉਹਨੇ ਚਿਰ ਨੂੰ ਸਵਾਸ ਨਿਕਲ ਕੇ ਬਿਰਤੀ ਫਲ 'ਚ ਰਹਿ ਗਈ ਤੇ ਕਿਰਮ ਬਣ ਕੇ ਉਸ ਫਲ 'ਚ ਆਇਆ। ਉਹਦਾ ਹੁਣ ਸਵਾਦ ਚੱਖ ਰਿਹਾ ਅੰਦਰ ਫਲ ਦੇ ਵਿੱਚ ਬੈਠਾ ਹੋਇਆ। ਮਹਾਰਾਜ ਕਹਿੰਦੇ ਲਿਆ ਤੋੜ ਕੇ ਫਲ ਭੰਨਿਆ ਤੇ ਵਿੱਚੋਂ ਕਿਰਮ ਨਿਕਲਿਆ। ਮਹਾਰਾਜ ਕਹਿੰਦੇ ਲੈ ਵੀ ਤੇਰਾ ਗੁਰੂ, ਕਿਉਂਕਿ ਸਾਰੀ ਜ਼ਿੰਦਗੀ ਇਹਨੇ ਮਾਇਆ ਕਤਲ ਕਰਨਾ, ਇਹ ਤੁਹਾਨੂੰ ਲੱਗਦਾ ਸੀ ਬੜਾ, ਜਾਂ ਛੇਵੇਂ ਪਾਤਸ਼ਾਹ ਦੇ ਜੀਵਨ 'ਚੋਂ ਸੱਪ ਦੀ ਘਟਨਾ ਆਉਂਦੀ ਹੈ। ਪਖੰਡੀ ਗੁਰੂ ਸੀ, ਚੜ੍ਹਾਈ ਕਰ ਗਿਆ, ਸੁਰਤ ਮਾਇਆ 'ਚ ਰਹਿ ਗਈ ਤੇ ਸੱਪ ਬਣ ਗਿਆ। ਜਿਹੜਾ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਸਾਹਮਣੇ ਮਿਲਿਆ ਮਹਾਰਾਜ ਦੀ ਇਹ ਘਟਨਾ ਹੈ। ਭਾਈ ਬਿਧੀ ਚੰਦ ਕਹਿੰਦੇ ਮਹਾਰਾਜ ਰਸਤਾ ਬਦਲ ਜੀਏ। ਸਤਿਗੁਰੂ ਕਹਿੰਦੇ ਨਹੀਂ ਸਾਨੂੰ ਮਿਲਣ ਆ ਰਿਹਾ। ਉਹਦਾ ਲੱਕ ਟੁੱਟਾ, ਵਿੱਚ ਕਿਰਮ ਚੱਲੇ ਸਨ। ਸਿੱਖਾਂ ਨੇ ਪੁੱਛ ਲਿਆ ਮਹਾਰਾਜ ਕੌਣ ਸੀ ਜਿਹੜਾ ਤੁਹਾਨੂੰ ਵੇਖ ਕੇ ਸਰੀਰ ਤਿਆਗ ਗਿਆ? ਤੇ ਮਹਾਰਾਜ ਨੇ ਫਿਰ ਦੱਸਿਆ, ਕਹਿਣ ਲੱਗੇ ਇਹ ਮਾਇਆ ਕਤਲ ਕਰਨ ਵਾਸਤੇ ਝੂਠਾ ਪਖੰਡੀ ਗੁਰੂ ਬਣਿਆ ਸੀ। ਜਿੱਦਣ ਸਰੀਰ ਤਿਆਗਿਆ ਮਾਇਆ 'ਚ ਸੁਰਤ ਸੱਪ ਬਣ ਗਿਆ। ਜਿਹੜਾ ਲੱਕ ਟੁੱਟਿਆ ਕਿਰਮ ਚੱਲੇ ਸਨ, ਇਹਦੀ ਸੰਗਤ ਹੈ। ਇਹਦੀ ਆਪਣੀ ਸੁਰਤ ਮਾਇਆ 'ਚ ਸੱਪ ਬਣ ਗਿਆ, ਇਹਦੀ ਸੰਗਤ ਦੀ ਸੁਰਤ ਇਹਦੇ 'ਚ ਚਲੀ ਗਈ ਵੀ ਇਹ ਸਾਨੂੰ ਸ਼ਾਇਦ ਮੁਕਤੀ ਦਵਾਏਗਾ। ਮਹਾਰਾਜ ਕਹਿੰਦੇ ਉਹ ਕਿਰਮ ਬਣ ਕੇ ਇਹਦੇ ਲੱਕ 'ਚ ਪਏ, ਜਿੱਥੇ ਦਾ ਉਹ ਜ਼ਖਮ ਹੋਇਆ ਸੀ ਨਾ ਉੱਥੇ ਕਿਰਮ ਚੱਲੇ ਹੋਏ ਸਨ। ਤੇ ਜੇ ਨਾ ਹੁਣ ਅਸੀਂ ਇਹਨੂੰ ਮੁਕਤ ਕਰਦੇ ਨਾ, ਕਿਰਮਾਂ ਨੇ ਜਿਉਂਦੇ ਸੱਪ ਨੂੰ ਖਾਣਾ ਸੀ। ਇਹ ਸਜ਼ਾ ਮਿਲ ਰਹੀ ਸੀ ਇਹਨੂੰ। ਤੇ ਮਹਾਰਾਜ ਹੁਣੇ ਮੁਕਤ ਹੋਇਆ ਕਿ ਨਹੀਂ? ਮਹਾਰਾਜ ਨੇ ਤਰਸ ਕੀਤਾ, ਕਹਿਣ ਲੱਗੇ ਹੁਣ ਸਾਡੇ ਦਰਸ਼ਨ ਹੋ ਗਏ, ਹੁਣ ਮੁਕਤ ਹੋ ਗਿਆ। ਹੁਣ ਇਹਦੀ ਸੁਰਤ ਸਾਡੇ 'ਚ ਸੀ, ਹੁਣ ਇਹ ਮੁਕਤ ਹੋਇਆ। ਮਹਾਰਾਜ ਇੱਥੇ ਇਹੀ ਗੱਲ ਕਹਿੰਦੇ ਆ, ਵੇਖ ਮਾਇਆ ਧਨ ਸੰਚ ਮਰੈ। ਬੰਦਿਆ ਤੂੰ ਧਨ ਇਕੱਠਾ ਕਰਦੀ ਆ, ਐਵੇਂ ਆਤਮਿਕ ਮੌਤੇ ਮਰਦਾ ਨੇ। ਦੋ ਤਰ੍ਹਾਂ ਦਾ ਮਰਨਾ ਹੁੰਦਾ, ਇੱਕ ਸਰੀਰ ਦਾ ਮਰਨਾ, ਇੱਕ ਆਤਮਿਕ ਮੌਤੇ ਮਰਨਾ। ਇੱਕ ਸ਼ਬਦ ਬਹੁਤ ਵਾਰੀ ਆਪ ਜੀਆਂ ਨੇ ਪੜ੍ਹਿਆ ਸੁਣਿਆ, ਕਿਆ ਜਾਣਾ ਕਿਵ ਮਰਹਿਗੇ। ਇੱਕ ਤੇ ਸਿੱਧੇ ਅਰਥ ਕਰਕੇ ਇਹਦੇ ਅਰਥ ਬਣਦੇ ਨੇ ਵੀ ਅਸੀਂ ਕਦੋਂ ਸੰਸਾਰ ਤੋਂ ਜਾਣਾ, ਕਿਸ ਤਰ੍ਹਾਂ ਦੀ ਮੌਤ ਹੋਏਗੀ, ਇਸ ਗੱਲ ਤੋਂ ਬੇਖਬਰ ਹੈ। ਇਹ ਵੀ ਸੱਚ ਹੈ। ਕਿਆ ਜਾਣਾ, ਕੀ ਜਾਣਦੇ ਅਸੀਂ, ਕਿਵ ਮਰਾਂਗੇ, ਕਿਵੇਂ ਮਰਾਂਗੇ, ਕਦੋਂ, ਕਿੰਨੇ ਸਾਲਾਂ ਬਾਅਦ, ਕਿੱਥੇ,
किस धरती ते किस तरीके नाल, एक ते दा ये अर्थ है। दूसरे का अर्थ है सुरत करके पता नहीं असी कित्थे किवें मर जाना। मनुख की सुरत डोलन लग्या पता नहीं लगता ना, ना डोले तो करोड़ां रुपये ते नहीं, जे डोलण ते आवे तो 100 रुपये ते भी बंदा बेईमान हुंदा है। वो मरना ही है। जो सुरत डोल गई उत्थे मौत ही है। महाराज कहते क्या जाना कि वो मरेंगे कैसा मरना होए, पता नहीं किस तरीके नाल आत्म कमौते असी मर जाना है। वो साडा मरना किहो जिहा, किस चीज़ ते असी डोल जाना, ये अर्थे भी ने। ते महाराज इत्थे कहते माया धन संच मरै, माया इकट्ठी करदा करदा रुख ते प्राण त्याग जाता है। अंत होए सब सार, अंत नूं ते सारा कुछ सुवाह हो जाना। ना मनुख ने रहना, ना माया ने रहना। कतर फिर की करता रहा? जिहड़ी चीज़ नाल ही नहीं जानी उहनूं इकट्ठा करन दा की फायदा है भी? जिहड़ी चीज़ अखीरले समय साडे काम ही नहीं आ सकनी। 3 मित्र ने मनुख दे, परिवार, धन ते कर्म। परिवार का संबंध उन्ना चिर जिन्ना चिर मनुख जिउंदा है, धन उन्ना चिर काम आ जाता जिन्ना चिर मनुख की बॉडी साਂਭੀ जाती है। आ माचिस असीं खरीदते वो भी धन की, शायद मनुख का कमाया धन उस माचिस वास्ते काम आ जाए, बालन वास्ते काम आ जाए, कफन वास्ते काम आ जाए। वो सिविया तक असली मित्र साडे कर्म है जिहड़े नाल जाने हैं। कर्म असीं चजदा कीता कोई नहीं, माया पिछे दौड़ते रहे। एक नाम सी, एक कर्म साडे नाल जाने हैं। ना नाम कतर किया वो धन तो इत्थे रह गया, भावें अरबां रुपया किसी ने जोड़िया हो, धन थोड़ी नाल जाता है। वो चीज़ कतर करन दा लाभ भी की जिहड़ी साडे काम नहीं आउणी है। हाँ, जिउंदियां माया की जरूरत है। साडी जेब च इन्नी कुछ माया होनी चाहिए भी असीं कल नूं कोई बीमार हो जाइए अपना इलाज करा सकीए, कोई साडा कारज होवे असीं उस धन नाल कर सकीए। पर महाराज कहते एवें नजायज़ तरीके नाल कतर करके आपां नूं की करना है? खीर नूं ते काम नहीं आउणा, उत्थे ते नाम ते कर्म साडे नाल जाने हैं। अंत नूं बंदा भी सुवाह हो जांदे, धन शार सब कुछ ये धन भी खत्म हो जाता। कर्म धर्म सोच संजम करे। कहते वो मनुख जिहड़ा माया च मस्त है वो कर्म दे धर्म के कर्म भी करता है। वो तुहानूं तीर्थ स्थानां ते भी खड़ा नज़र आएगा, वो तुहानूं होर कुछ कर्म करता भी दिस पेगा। धार्मिक कर्म संजम, संजम भी रखता है, फिर वो सोच भी रखता है, पवित्र भी होना चाहता है। ये धार्मिक कर्म करता है वो मनुख। दास ने बहुत मेरी बेनती की है, बहुत ही धन प्राप्त करने वाले का रश है धार्मिक स्थानों के उपर। मर्द ने लिख के दिता है, संपै को ईश्वर ध्याइए। धन वास्ते रब नूं ध्याउंदे ने लोग। संपै पुरब लिखे कि पाइए, धन वास्ते मनुख धार्मिक स्थानों पर भी जाता है। हाँ, बहुते आउंदे आ भी संगरांद वाले दिन बाबा जी अरदास कर दिओ जी, आ कुछ चाहिए, फिर अगली संगरांद ते फिर वो सिर्फ मंगण वास्ते आउंदे आ, जां मस्सिया ते जां संगरांद ते जां होर किसी दिन ते सिर्फ उन्होंने मंगना, मंगण वास्ते गुरु साहब कोल आए। सिर्फ उन्होंने तो उन्ना को प्यार है भी दात मिल जाए सानूं। दास ने पहला भी बेनती की, जे लभ है तो प्यार नहीं है। जिथे प्यार है उत्थे लोभ नहीं होंदा, उथे ते कुर्बान करने की बिरती होती है। महाराज कहते धार्मिक बंदा कर्म धर्म सोच संजम करे। अंतर लोभ विकार, अंदर लोभ है धार्मिक कर्म भी करता है। किसी ने आके अरदास की जी आ कारज हो जाए मेरा, आ 1 करोड़ रुपये का कारज हो जाए, एक अखंड पाठ साहिब मैं करवावांगा। महाराज कहते अंदर लोभ है, लोभ करके ये हो रहा है। अखंड पाठ साहिब करवाना चाहिए, वो तो बिना मंगण तो भी हरेक सिख नूं रहत मरादा ते लिखिया साल बाद एक बारी चरण परसने चाहिए गुरु ग्रंथ साहिब जी के। साल च एक बार अपने घरे सहज पाठ साहिब अखंड पाठ साहिब हरेक सिख नूं करवाना चाहिए। साल च एक बारी अपने घरे चरण जरूर पवावे गुरु ग्रंथ साहिब के, फिर रहत मरादा साडी च लिखिया। पर जी हुण लोभ करके साडे घरे गुरु साहिब जी आए, किसी दात करके आए, फिर प्यार तो नहीं ना, किते वैसे भी प्यार ना लैके आइए गुरु साहिब जी नूं।
ਚਲੋ ਜਨਮ ਤੇ ਜਾਂ ਕੋਈ ਪਰਿਵਾਰ ਤੋਂ ਤੁਰ ਗਿਆ ਉਦੋਂ ਤੇ ਗੁਰੂ ਸਾਹਿਬ ਜੀ ਆਉਣਗੇ। ਉਹ ਤੇ ਕਈ ਵਾਰੀ ਮਨੁੱਖ ਦੀ ਮਜਬੂਰੀ ਬਣ ਜਾਂਦੀ ਹੈ ਜੀ, ਸਹਿਜ ਪਾਠ ਆਰੰਭ ਕਰਾਉਣਾ ਜੀ ਭੋਗ, ਕਿਤੇ ਪਿਆਰ ਨਾਲ ਵੀ ਗੁਰੂ ਸਾਹਿਬ ਨੂੰ ਲੈ ਕੇ ਆਈਏ ਨਾ। ਦਾਤ ਵਾਸਤੇ ਸੁਖਿਆ ਸੀ, ਦਾਤ ਵਾਸਤੇ ਕਰਾ ਦਿੱਤਾ, ਪਿਆਰ ਤੇ ਨਹੀਂ ਸੀ ਗੁਰੂ ਗ੍ਰੰਥ ਸਾਹਿਬ ਦੇ ਨਾਲ। ਮਰਿਆਦਾ ਸਾਡੀ ਇਹ ਹੈ ਵੀ ਕੋਈ ਦਾਤ ਮੰਗਣੀ ਉਦੋਂ ਵੀ ਘਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਈਏ। ਸਹਿਜ ਪਾਠ ਅਖੰਡ ਪਾਠ ਸਾਹਿਬ ਜਿੱਦਣ ਦਾਤ ਮਿਲ ਜਾਂਦੀ ਹੈ ਫਿਰ ਸ਼ੁਕਰਾਨਾ, ਫਿਰ ਸਹਿਜ ਪਾਠ ਜਾਂ ਅਖੰਡ ਪਾਠ ਸਾਹਿਬ ਆਰੰਭ ਕਰਵਾਈਏ। ਮਰਿਆਦਾ ਇਹ ਹੈ ਕਿ ਅਸੀਂ ਕਰਦੇ ਜੀ ਜੇ ਮਿਲ ਗਈ ਦਾਤ ਤੇ ਫਿਰ ਕਰਵਾ ਦਿਆਂਗੇ, ਜੇ ਨਹੀਂ ਤੇ ਫਿਰ ਨਹੀਂ। ਉਹ ਲੋਭ ਹੈ, ਧਾਰਮਿਕ ਕਰਮ ਵੀ ਹੈ ਤੇ ਲੋਭ ਵਿਕਾਰ ਵੀ ਅੰਦਰ, ਉਥੇ ਪਿਆਰ ਨਹੀਂ ਹੈ। ਜੇ ਕੋਈ ਕਾਰਜ ਹੈ ਤੇ ਚਾਹੀਦਾ ਇਹ ਸੀ ਵੀ ਮੈਂ ਸਹਿਜ ਪਾਠ ਲਗਾਤਾਰ ਆਪ ਹੁਣ ਆਰੰਭ ਕਰਨਾ ਹੈ ਜੀ, ਕਾਰਜ ਵੀ ਹੋ ਜਾਏਗਾ ਤੇ ਪਿਆਰ ਵੀ ਬਣਿਆ ਰਹੇਗਾ। ਮੰਨ ਲਓ ਕਿਸੇ ਨੂੰ ਕੋਈ ਕਾਰਜ ਹੈ, ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪਣੇ ਘਰੇ ਲਿਆਂਦਾ ਵੀ ਉਹਨਾਂ ਚਿਰ ਮੈਂ ਸਹਿਜ ਪਾਠ ਕਰਨਾ, ਗੁਰੂ ਸਾਹਿਬ ਜੀ ਤੁਹਾਡੀ ਬਖਸ਼ਿਸ਼ ਹੋਵੇ, ਉਹ ਚੱਲਦਾ, ਕਾਰਜ ਵੀ ਹੋ ਜਾਂਦਾ, ਪਿਆਰ ਵੀ ਬਣਿਆ ਰਹਿੰਦਾ ਹੈ। ਕੱਲਾ ਪਿਆਰ ਮੁਖਾਵੇ ਦਾ ਵੀ ਨਹੀਂ ਹੋਣਾ ਚਾਹੀਦਾ ਵੀ ਪੂਰਨ ਤੌਰ ਤੇ ਜੁੜਿਆ ਨਹੀਂ ਤੇ ਵੈਸੇ ਹੀ ਮੇਰਾ ਪਿਆਰ ਹੈ ਜੀ। ਪਿਆਰ ਕਿਸੇ ਦੇ ਕਕਾਰਾਂ ਤੋਂ ਵੀ ਨਜ਼ਰ ਆਉਂਦਾ ਹੈ, ਪਿਆਰ ਕਿਸੇ ਦੇ ਬੋਲਾਂ ਤੋਂ ਵੀ ਨਜ਼ਰ ਆਉਂਦਾ ਹੈ, ਪਿਆਰ ਕਿਸੇ ਦੀ ਰਹਿਣੀ ਬਹਿਣੀ ਤੋਂ ਵੀ ਸਾਨੂੰ ਨਜ਼ਰ ਆਉਂਦਾ ਹੈ। ਇਹਦੀ ਰਹਿਤ ਬਹਿਤ ਕਿਹੋ ਜਿਹੀ ਹੈ, ਇਹਦੇ ਬੋਲ ਕਿਹੋ ਜਿਹੇ ਨੇ, ਇਹਨੇ ਸਰੀਰ ਤੇ ਪਿਆਰ ਕਰਕੇ 5 ਕੱਕੇ ਵੀ ਪਹਿਨੇ ਹੋਏ। ਇਹ ਗੁਰੂ ਸਾਹਿਬ ਪ੍ਰਤੀ ਪਿਆਰ ਹੈ। ਤੇ ਮਹਾਰਾਜ ਕਹਿੰਦੇ ਜੇ ਲੋਭ ਵਿਕਾਰ ਹੈ ਤੇ ਧਾਰਮਿਕ ਕਰਮ ਵੀ ਫਿਰ ਉਹ ਬਹੁਤੇ ਮਾਇਨੇ ਨਹੀਂ ਰੱਖਦੇ। ਫਿਰ ਅੱਜ ਕੱਲ੍ਹ ਮਾਫ ਕਰਨਾ, ਬਹੁਤੇ ਕੀਰਤਨੀਏ ਤੁਹਾਨੂੰ ਅੱਜ ਕਲਾਕਾਰ ਨਜ਼ਰ ਆਉਣਗੇ। ਪਿਆਰ ਥੋੜੀ ਸੀ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਨਾਲ, ਧੰਨ ਕਰਕੇ ਜੁੜੇ ਸਨ। ਇਧਰੋਂ ਕੀਰਤਨ ਚੋਂ ਧੰਨ ਨਹੀਂ ਕਮਾਇਆ ਤੇ ਕਲਾਕਾਰੀ ਚੋਂ ਮਿਲ ਗਿਆ, ਦੂਜੇ ਗੰਦੇ ਗਾਣਿਆਂ ਚੋਂ ਮਿਲਿਆ, ਫਿਰ ਉਹ ਇਹ ਛੱਡ ਕੇ ਉਧਰ ਚਲੇ ਗਏ। ਉਹ ਪਿਆਰ ਨਹੀਂ ਸੀ, ਉਹ ਵਪਾਰ ਸੀ ਵੀ ਅਸੀਂ ਤੇ ਧੰਨ ਕਮਾਉਣਾ ਹੈ। ਚਲੋ ਸਾਡੀ ਹਾਲਤ ਵੀ ਕੁਝ ਇਹੋ ਜਿਹੀ, ਅਸੀਂ ਸਾਂਭਦੇ ਵੀ ਨਹੀਂ ਕੀਰਤਨੀਆਂ ਨੂੰ, ਜਾਂ ਉਹ ਦੂਜੇ ਨੂੰ ਕਿਸੇ ਨੂੰ ਉਹ ਧੰਨ ਉਹਨਾਂ ਦਾ ਗੁਜ਼ਾਰਾ ਵੀ ਨਹੀਂ ਚੱਲਦਾ, ਉਹ ਮਜਬੂਰ। ਪਰ ਉੱਥੇ ਪਿਆਰ ਨਹੀਂ ਹੁੰਦਾ। ਜਿਹੜੇ ਤੁਹਾਨੂੰ ਕੱਲ ਕੀਰਤਨ ਕਰਦੇ ਨਜ਼ਰ ਆਉਣ ਤੇ ਅੱਜ ਗੁਰਦੁਆਰੇ ਮੱਥਾ ਟੇਕਣ ਬਣਾਉਣ, ਇਹ ਪਿਆਰ ਨਹੀਂ ਹੈ। ਤੇ ਇੱਕ ਲੋਭ ਕਰਕੇ ਕਈ ਜੁੜੇ ਸਨ, ਜਦੋਂ ਲੋਭ ਨਹੀਂ ਉਹ ਪਿਆਰ ਵੀ ਨਹੀਂ ਰਿਹਾ। ਲੱਭ ਤਾਂ ਕੂੜਾ ਨਹੀਂ ਹੋ, ਪਿਆਰ ਤੇ ਫਿਰ ਝੂਠਾ ਹੈ ਨਾ। ਮਹਾਰਾਜ ਕਹਿੰਦੇ ਧਾਰਮਿਕ ਕਰਮ ਕਰਨ ਵਾਲੇ ਧਾਰਮਿਕ ਕਰਮ ਤੇ ਕਰਦੇ, ਪਰ ਲੋਭ ਦੇ ਅੰਦਰ ਨਾਨਕ ਮਨਮੁਖ ਜੇ ਕਮਾਵੇ। ਮਹਾਰਾਜ ਕਹਿੰਦੇ ਮਨਮੁਖ ਜੇ ਕੁਝ ਕਮਾ ਵੀ ਲੈਂਦਾ, ਦਾਤਾਂ ਮੰਗ ਵੀ ਲੈਂਦਾ, ਮਨਮੁਖ ਨੂੰ ਮਿਲਦੀਆਂ ਜਿਹੜਾ ਮਰਜ਼ੀ ਸ਼ਰਧਾ ਲੈ ਕੇ ਮਿਲਦਾ ਹੈ, ਪਰ ਉਹ ਦਾਤਾਂ ਫਿਰ ਇੱਥੇ ਰਹਿ ਜਾਂਦੀਆਂ। ਜੋ ਮੰਗਿਆ ਸੀ ਉਹ ਵੀ ਕਿਹੜਾ ਸਾਡੇ ਨਾਲ ਨਿਭਦਾ। ਨਾਨਕ ਮਨਮੁਖ ਜੇ ਕਮਾਵੇ ਸੋ ਥਾਏ ਨਾ ਪਵੇ। ਕਹਿੰਦੇ ਉਹ ਥਾਏ ਨਹੀਂ ਪੈਂਦਾ। ਗੁਰਮੁਖ ਕਮਾਉਂਦਾ ਨਾਮ, ਮਨਮੁਖ ਕਮਾਉਂਦਾ ਧਨ, ਤੇ ਥਾਏ ਨਾਮ ਪੈਣਾ, ਧਨ ਨਹੀਂ ਥਾਏ ਪੈਣਾ। ਕਿਸੇ ਨੂੰ ਕਦੇ ਤੁਸੀਂ ਸੁਣਿਆ ਵੀ ਇਹਦੇ ਕੋਲ ਪ੍ਰਾਪਰਟੀ ਬਹੁਤ ਸੀ, ਧਨ ਬਹੁਤ ਸੀ, ਤੇ ਰੱਬ ਨੇ ਆਪਣੇ ਚਰਨਾਂ 'ਚ ਸਥਾਨ ਦੇ ਦਿੱਤਾ। ਉਹ ਕਹਿੰਦਾ ਨਾ ਭਾਈ ਇਹਨੇ ਧਨ ਬੜਾ ਕਮਾਇਆ, ਇਹਨੂੰ ਬਖਸ਼ ਦੇਣਾ ਮੈਂ। ਹਾਂ, ਨਾਮ ਕਮਾਉਣ ਵਾਲਾ ਬਖਸ਼ਿਆ ਜਾਂਦਾ, ਨਾਮ ਦੀ ਕਮਾਈ ਕਰਨ, ਚੰਗੇ ਕਰਮ ਕਰਨ ਵਾਲਾ, ਉਹਦੇ ਘਰ ਪ੍ਰਵਾਨ ਹੁੰਦਾ ਹੈ। ਤੇ ਮਹਾਰਾਜ ਕਹਿੰਦੇ ਮਨਮੁਖ ਜੋ ਕਮਾਉਂਦਾ ਵੀ ਹੈ ਕਿਹੜਾ ਉਹ ਥਾਈ ਪੈਂਦਾ। ਦਰਗਹਿ ਹੋਏ ਖਵਾਰ, ਦਰਗਾਹ ਚੋਂ ਫਿਰ ਖਵਾਰ ਹੁੰਦਾ ਮਨਮੁਖ। ਦਰਗਹਿ ਢੋਈ ਨਾਲ ਹੈ, ਢੋਈ ਕਿਹਨੂੰ ਮਿਲਦੀ ਹੈ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਹਿ ਬੈਸਣ ਪਾਈਏ। ਰੇ ਰੇ ਦਰਗਾਹ ਕਹੇ ਨਾ ਕੋ, ਆਓ ਬੈਠ ਆਦਰ ਸ਼ੁਭ ਦਿਓ। ਮਹਾਰਾਜ ਨੇ ਬਚਨ ਕਹੇ ਅਣਕ ਜਤਨ ਨਹੀਂ ਹੋਤ ਛੁਟਾਰਾ। ਬਹੁਤ ਸਿਆਣਪ ਆਗਲ ਭਾਰਾ, ਹਰ ਕੀ ਸੇਵਾ ਨਿਰਮਲ ਹੇਤ। ਪ੍ਰਭ ਕੀ ਦਰਗਾਹ ਸ਼ੋਭਾ ਸੇਤ। ਮਨਮੁਖ ਤੇ ਖੁਆਰ ਹੁੰਦਾ। ਮੇਰੇ ਵਰਗਾ ਤੇ ਅਰਦਾਸ ਕਰ ਦੇਗਾ ਜੀ ਇਹ ਮਹਾਰਾਜ ਚਰਨਾਂ 'ਚ ਨਿਵਾਸ ਬਖਸ਼ਿਓ। ਨਿਵਾਸ ਸਾਡੇ ਕਰਮਾਂ ਨੇ। ਹਾਂ, ਗੁਰੂ ਤਰਸ ਕਰੇ, ਸੰਗਤ ਦੀ ਅਰਦਾਸ ਵੀ ਸੁਣਦਾ ਹੈ, ਪਰ ਮਹਾਰਾਜ ਕਹਿੰਦੇ ਕੋਈ ਕਰਮ ਵੀ ਇਹਦਾ ਚੰਗਾ ਹੋਣਾ ਚਾਹੀਦਾ ਹੈ ਨਾ। ਫਿਰ ਉਸੇ ਆਧਾਰ ਤੇ ਇਹਨੂੰ ਮਾਫ ਕਰਾਂਗਾ ਨਾ। ਆਪ ਤੇ ਇਹਨੇ ਸਾਰੀ ਜ਼ਿੰਦਗੀ ਮਾਫੀ ਨਹੀਂ ਮੰਗੀ, ਆਪ ਤੇ ਸਰੀਰ ਤਿਆਗਣ ਲੱਗਿਆ ਵੀ ਇਹਨੇ ਮਾਫੀ ਨਹੀਂ ਮੰਗੀ ਹੈ। ਮਹਾਰਾਜ ਕਹਿੰਦੇ ਫਿਰ ਦਰਗਾਹ 'ਚੋਂ ਖੁਆਰ ਹੁੰਦੇ ਹੈ, ਉਹਨਾਂ ਨੂੰ ਕੋਈ ਮਾਣ ਸਤਿਕਾਰ ਨਹੀਂ ਮਿਲਦਾ। ਸੰਸਾਰ ਤੇ ਰਹਿੰਦੇ ਹੋ ਭਾਵੇਂ ਧਨ ਨਾਲ ਉਹ ਸਰੀਰਕ ਸਹੂਲਤਾਂ ਮਾਣ ਜਾਣ, ਪਰ ਰੱਬ ਦੇ ਘਰ ਉਹਨਾਂ ਨੂੰ ਪ੍ਰਵਾਨਗੀ ਨਹੀਂ। ਮਹਾਰਾਜ ਨੇ ਅੱਜ ਜਿਹੜੇ ਬਚਨ ਕਹਿ ਵੀ ਮਨਮੁਖ ਜਿਹੜੇ ਕੂੜ ਹੀ ਕਮਾਉਂਦਾ, ਕੂੜ ਹੀ ਕਤਰ ਕਰਦਾ। ਹਾਂ ਭਾਈ,
ਗੁਰਮੁਖ ਬਣੀਏ, ਗੁਰੂ ਦੀ ਸਿੱਖਿਆ ਤੇ ਚੱਲੀਏ, ਅੰਮ੍ਰਿਤ ਛਕੀਏ, ਬਾਣੀ ਬਾਣੇ ਦੇ ਧਾਰਨੀ ਬਣੀਏ, ਨਿਤਨੇਮ ਵੀ ਬਣੀਏ। ਅੰਮ੍ਰਿਤ ਵੇਲੇ ਉੱਠ ਕੇ ਜਿਹਨੇ ਅੰਮ੍ਰਿਤ ਛਕਿਆ ਉਹ ਤੇ 5 ਬਾਣੀਆਂ ਦਾ ਨਿਤਨੇਮ, ਦੂਸਰਾ ਜਿਹਨੇ ਨਹੀਂ ਵੀ ਛਕਿਆ ਭਾਈ ਗੁਰੂ ਸਾਹਿਬ ਨਾਲ ਪਿਆਰ ਇੱਥੋਂ ਅੰਮ੍ਰਿਤ ਵੇਲੇ ਤੋਂ ਸਾਡਾ ਪੈਣਾ। ਜੇ ਗੁਰੂ ਸਾਹਿਬ ਨਾਲ ਪਿਆਰ ਪੈ ਗਿਆ, ਪਿਆਰ ਦੇ ਅੰਦਰ ਫਿਰ ਉਹ ਕੋਈ ਇਹੋ ਜਿਹੀ ਦਾਤ ਨਹੀਂ ਜਿਹੜੀ ਸਾਨੂੰ ਨਾ ਆਉਂਦਾ ਹੈ। ਪਿਆਰ ਕਰਕੇ ਹੀ ਹੈ। ਕੋਈ ਸਾਡੇ ਘਰੇ ਮੰਗਣ ਵਾਸਤੇ ਆਵੇ, ਜਿੱਦ ਕਰਕੇ ਬਹਿ ਜੇ ਆਹ ਕੁਝ ਚਾਹੀਦਾ, ਨਹੀਂ ਮਿਲੇਗਾ, ਹਾਂ ਜੇ ਪਿਆਰ ਨਾਲ, ਉਹ ਤਰਲੇ ਨਾਲ, ਤਰਸ ਦੇ ਆਧਾਰ ਤੇ ਵੀ ਜੋ ਕੁਝ ਮਰਜ਼ੀ ਉਹ ਲਿਜਾ ਸਕਦਾ ਹੈ। ਗੁਰੂ ਸਾਹਿਬ ਜੀ ਬਖਸ਼ਿਸ਼ ਕਰਨਗੇ ਭਾਈ, ਅੰਮ੍ਰਿਤ ਵੇਲੇ ਦੀ ਸੰਭਾਲ ਕਰਦਾ ਹੈ ਉਹ, ਫਿਰ ਪਿਆਰ ਦੇ ਕਰਕੇ ਫਿਰ ਸਾਨੂੰ ਤ੍ਰਿਪਤ ਵੀ ਕਰਨਗੇ। ਸਾਰਾ ਕੁਝ ਉਹਦੇ ਹੱਥ 'ਚ ਹੈ, ਦਾਤਾਂ ਮਿਲਣਗੀਆਂ। ਔਰ ਦਰਗਾਹ ਦੇ ਵਿੱਚ ਵੀ ਅਖੀਰ ਨੂੰ ਮਨੁੱਖ ਪ੍ਰਵਾਨ ਹੋ ਜਾਂਦਾ। ਭੁੱਲਾਂ ਚੁੱਕਾਂ ਦੀ ਖਿਮਾ